ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਪ੍ਰੋਫੈਸਰ ਸਾਹਿਬ। ਮੁਲਕ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਾਫੀ ਚਰਚਾਵਾਂ ਨੇ। ਸਿਸੋਦੀਆ ਸਾਹਿਬ ਦੀ ਗ੍ਰਿਫਤਾਰੀ ਦੇ ਬਾਰੇ ਤਾਂ ਕੇਜਰੀਵਾਲ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ, ਕਈ ਮਹੀਨਿਆਂ ਤੋਂ, ਕਿ ਗ੍ਰਿਫਤਾਰ ਕਰ ਲੈਣਾ। ਹੁਣ ਸੀਬੀਆਈ ਦੀ ਜਾਂਚ ਖੁੱਲ ਗਈ। ਉਧਰੋਂ ਜਿਹੜੇ ਬੀਜੇਪੀ ਦੇ ਆਗੂ ਨੇ ਮੀਨਾਕਸ਼ੀ ਲੇਖੀ, ਉਹ ਕਹਿੰਦੇ ਕਿ ਪਤਾ ਨਹੀਂ ਹੁਣ ਕਿੰਨੇ ਗ੍ਰਿਫਤਾਰ ਹੋਣਾ, ਸਿਸੋਦੀਆ ਨੇ ਹੋਣਾ ਕਿ ਕੇਜਰੀਵਾਲ ਸਾਹਿਬ ਨੇ ਹੋਣਾ। ਇਹ ਦਵਾਈਆਂ ਦੇਈ ਜਾਂਦੇ ਨੇ। ਪਰ ਉਧਰੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਕੋਈ ਵੱਡਾ ਘਪਲਾ ਜਿਹੜਾ ਉਹ ਨਜ਼ਰ ਆਉਂਦਾ ਹੈ, ਜਿਹੜਾ ਸ਼ਰਾਬ ਨੂੰ ਲੈ ਕੇ ਹੈ। ਤੇ ਸਵਾਲ ਫਿਰ ਉੱਥੇ ਹੀ ਆ ਕੇ ਖੜੇ ਹੋ ਜਾਂਦੇ ਨੇ ਕਿ ਇਮਾਨਦਾਰੀ ਦੀ ਗੱਲ। ਇਹ ਕਹਿੰਦੇ ਕਿ ਅਸੀਂ ਇਮਾਨਦਾਰ ਹਾਂ ਤੇ ਇਹ ਜਿਹੜੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਇਹਨਾਂ ਵਰਗੇ ਭ੍ਰਿਸ਼ਟ ਬਣੀਏ। ਇਹ ਆਪ ਭ੍ਰਿਸ਼ਟ ਨੇ, ਇਸ ਕਰਕੇ ਸਾਨੂੰ ਜੇਲ੍ਹਾਂ ਵਿੱਚ ਤੁੰਨਣਾ ਚਾਹੁੰਦੇ ਨੇ। ਡਰ ਕਹਿੰਦੇ ਆਮ ਆਦਮੀ ਪਾਰਟੀ ਦਾ, ਕਿਉਂਕਿ ਅਗਲਾ ਭਵਿੱਖ ਜਿਹੜਾ ਉਹ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ। ਉਹ ਇਹ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਆ। ਮੈਂ ਉਹ ਕੇਜਰੀਵਾਲ ਦਾ ਸੁਣਿਆ ਆਪਣਾ ਹੀ ਇੱਕ ਵੀਡੀਓ ਜਾਰੀ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ, ਕਿਉਂਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸਾਰਾ ਦੇਸ਼ ਦਾ ਸਿਸਟਮ ਕਰਨਾ ਚਾਹੁੰਦੇ ਹਾਂ। ਇਹ ਭ੍ਰਿਸ਼ਟ ਲੋਕਾਂ ਨੂੰ ਪਚਦਾ ਨਹੀਂ, ਇਸ ਕਰਕੇ ਸਾਡੇ ਪਿੱਛੇ ਪਏ ਹੋਏ ਆ। ਅਸੀਂ ਦੇਸ਼ ਦੇ ਵਿੱਚ ਸਸਤੀ ਵਿਦਿਆ, ਸਸਤੀ ਸਿਹਤ ਸੇਵਾਵਾਂ ਭੇਜਣੀਆਂ ਚਾਹੁੰਦੇ ਆ। ਇਹਨਾਂ ਦੇ ਕਾਰਪੋਰੇਟ ਇੰਟਰਸਟ ਆ, ਇਹੋ ਜਿਹੀਆਂ ਕਈ ਗੱਲਾਂ, ਮਤਲਬ ਇੱਧਰ ਉੱਧਰ ਦੀਆਂ। ਦੂਸਰਾ, ਸਾਡੀਆਂ ਜਿਹੜੀਆਂ ਇਹ ਸੇਵਾਵਾਂ ਇੱਥੇ ਚੱਲ ਰਹੀਆਂ, ਉਹਨਾਂ ਨੂੰ ਇਹ ਰੋਕਣਾ ਚਾਹੁੰਦੇ ਆ, ਸਾਨੂੰ ਅੰਦਰ ਦੇਣਾ ਚਾਹੁੰਦੇ ਆ। ਮੈਂ ਤੇ 4 ਮਹੀਨੇ ਪਹਿਲਾਂ ਕਿਹਾ ਸੀ ਸਿਸੋਦੀਆ ਤੇ ਗਾਜ ਗਿਰੂਗੀ। ਮੈਂ ਤੇ ਨਜੂਮੀ ਹੈਗਾ, ਮੈਨੂੰ ਪਹਿਲਾਂ ਪਤਾ ਲੱਗ ਜਾਂਦਾ। 4 ਮਹੀਨਿਆਂ ਪਹਿਲਾਂ ਹੀ ਮੈਨੂੰ ਇਲਹਾਮ ਹੋ ਗਿਆ ਸੀ। ਤੇ ਹੁਣ ਮੈਂ ਉਹੀ ਗੱਲ ਮੇਰੀ ਸੱਚੀ ਹੋਈ ਆ। ਹੁਣ ਉਹ ਫੜ ਲੈਣਾ ਜੇ, ਫੜ ਲੈਣਾ ਜੇ, ਇਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਬੜੇ ਜ਼ੋਰ ਦੇ ਕੇ ਕਹੀਆਂ। ਇਹ ਦੇਖੋ, ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਜੇ ਮੈਂ ਦੂਜੀ ਸਾਈਡ ਲਵਾਂ ਕਿ ਈਡੀ, ਸੀਬੀਆਈ, ਆਈਬੀ, ਇਹ ਸਾਰੀਆਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਰਾਜਨੀਤਿਕ ਲਾਹਾ ਲਈ ਸਰਕਾਰਾਂ ਵਰਤ ਰਹੀਆਂ, ਜਾਣੀ ਕਹਿ ਲਓ ਕਿ ਉਹਦੀ ਦੁਰਵਰਤੋਂ ਹੋ ਰਹੀ ਹੈ। ਵਰਤੋਂ ਜਿਹੜੀ ਹੋਣੀ ਉਹ ਮਾੜੀ ਗੱਲ ਆ। ਵਰਤੋਂ ਹੋਣੀ ਤੇ ਇਸੇ ਕਰਕੇ ਤੇ ਉਹ ਬਣਾਈਆਂ। ਜੇ ਉਹਨਾਂ ਦੀ ਵਰਤੋਂ ਹੀ ਨਹੀਂ ਕਰਨੀ, ਫਿਰ ਉਹ ਏਜੰਸੀਆਂ ਕਾਹਦੇ ਲਈ ਬਣਾਈਆਂ? ਇਹ ਜਿਹੜੀ ਕੇਸ ਦੇ ਵਿੱਚ ਹੁਣ ਜੇ ਤੇ ਕੋਈ ਗੱਲ ਨਹੀਂ ਹੈ ਤੇ ਫਿਰ ਠੀਕ ਹੈ, ਫਿਰ ਘਬਰਾਉਣ ਦੀ ਗੱਲ ਵੀ ਨਹੀਂ ਹੈ, ਕੋਈ ਰੌਲਾ ਪਾਉਣ ਦੀ ਗੱਲ ਵੀ ਨਹੀਂ ਹੈ। ਪਹਿਲਾਂ ਇਹਨਾਂ ਦੇ ਹੈਲਥ ਮਿਨਿਸਟਰ, ਆਪਣੇ ਕੀ ਨਾਂ ਉਹਨਾਂ ਦਾ ਮੈਂ ਭੁੱਲ ਜਾਣਾ, ਜਿਹੜੇ ਜੇਲ੍ਹ ਦੇ ਵਿੱਚ ਬੈਠੇ ਆ, ਸਤਿੰਦਰ ਜੈਨ, ਉਹ ਬੈਠੇ ਹੈਗੇ ਆ। ਉਹ ਆ ਜਾਣਗੇ। ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਉਹ ਆ ਜਾਣਗੇ ਜਲਦੀ, ਕਿਉਂਕਿ ਕੋਈ ਬਹੁਤਾ ਕੁਛ ਉਹਨਾਂ ਦੇ ਵਿਰੁੱਧ ਪ੍ਰੂਫ ਨਹੀਂ ਹੋਇਆ। ਹੁਣ ਇਹੀ ਗੱਲ ਤੇ ਮਜੀਠੀਆ ਬਾਰੇ ਵੀ ਸੀਗਾ, ਛੇਤੀ ਆ ਜਾਣਗੇ, ਕਾਫੀ ਮਹੀਨੇ ਹੋ ਗਏ ਆ ਜਾਣ ਤੇ ਚੰਗੀ ਗੱਲ ਆ। ਹੁਣ ਸਿਸੋਦੀਆ ਦਾ ਨੰਬਰ, ਹੁਣ ਇਹ ਕੀ ਰਾਜਨੀਤਿਕ ਵੈਂਡੇਟ ਆ, ਜਾਣੀ ਕਿਸੇ ਜਿਹਨੂੰ ਕਹਿੰਦੇ ਕਿ ਕੀ ਵਿਰੋਧੀਆਂ ਨੂੰ ਚਿੱਤ ਕਰਨ ਲਈ ਰਾਜਨੀਤੀ ਵਿੱਚੋਂ ਨਿਕਲਿਆ ਹੈਗਾ, ਜਾਂ ਸਿਸੋਦੀਆ ਨੇ ਵਾਕਿਆ ਹੀ ਕੋਈ ਇੱਧਰੋਂ ਉੱਧਰੋਂ ਖੱਬੇ ਸੱਜੇ 4 ਪੈਸੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਐਲਜੀ ਨੇ ਮਾਰਕ ਕਰ ਦਿੱਤਾ। ਵਿਰੋਧਤਾਈਆਂ ਸਾਨੂੰ ਦਿਖਦੀਆਂ ਹੀ ਆ। ਕੇਜਰੀਵਾਲ ਮੋਦੀ ਦੇ ਥੱਲੇ, ਮੋਦੀ ਨਾਲੋਂ ਥੱਲੇ ਆਪਣੇ ਆਪ ਨੂੰ ਨਹੀਂ ਸਮਝਦਾ। ਉਹ ਬਰਾਬਰ ਦਾ ਮੁਕਾਬਲਾ ਫੱਟ ਦੇਣੀ ਮੋਦੀ ਦੇ ਨਾਂ ਦੇ ਉੱਤੇ ਜਾ ਕੇ। ਉਹ ਸਮਝਦੇ ਆ ਕਿ ਆਉਣ ਵਾਲਾ ਜਿਹੜਾ ਮੋਦੀ ਦਾ ਵਿਕਲਪ ਆ ਉਹ ਹੈਗਾ ਅਰਵਿੰਦ ਕੇਜਰੀਵਾਲ। ਇਸ ਕਰਕੇ ਉਹ ਸਿੱਧਾ ਸਿੱਧਾ ਆਪਣੇ ਆਪ ਨੂੰ ਉਹਨਾਂ ਦੇ ਮੁਕਾਬਲੇ ਸਮਝਦੇ, ਥੱਲੇ ਕਿਸੇ ਮੁਕਾਬਲੇ 'ਚ ਨਹੀਂ ਸਮਝਦੇ। ਔਰ ਉਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਭਵਿੱਖੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਜਾਂ ਉਹਨਾਂ ਦੇ ਸਪੋਰਟਰਾਂ ਦੇ ਉੱਤੇ ਇਹ ਹਮਲਾ, ਉਹਨਾਂ ਨੂੰ ਮਲਾਈਨ ਕੀਤਾ ਜਾ ਰਿਹਾ, ਉਹਨਾਂ ਨੂੰ ਬੱਦੂ ਕੀਤਾ ਜਾ ਰਿਹਾ। ਇਹ ਕੇਜਰੀਵਾਲ ਦਾ ਸਟੈਂਡ ਹੈਗਾ। ਜਿਹੜੀ ਉਧਰੋਂ ਬੀਜੇਪੀ ਨੇ ਲੇਖੀ ਜਾਂ ਹੋਰਨਾਂ ਨੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਦੱਸਿਆ ਵੀ 144.36 ਇਸ ਤਰ੍ਹਾਂ ਦਾ ਦੱਸਿਆ ਕੁਛ ਅੰਕੜਾ, ਕਰੋੜ ਰੁਪਏ ਇਹਨਾਂ ਨੇ ਸ਼ਰਾਬ ਦੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਇਆ। ਦੇਖੋ, ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ ਕਿ ਸ਼ਰਾਬ ਦੇ ਠੇਕੇ ਵਧਾਏ ਆ, ਸ਼ਰਾਬ ਦੀ ਖਪਤ ਵੀ ਦੁੱਗਣੀ ਤੋਂ ਵੀ ਜ਼ਿਆਦਾ ਕਰ ਦਿੱਤੀ ਹੈ। ਇਹ ਸਾਰਾ ਕੁਝ ਤੇ ਵੱਡੀ ਅਚੀਵਮੈਂਟ ਆ ਕੇਜਰੀਵਾਲ ਦੀ ਦਿੱਲੀ ਦੇ ਵਿੱਚ। ਸ਼ਰਾਬ ਦੀ ਜ਼ਿਆਦਾ ਵਰਤੋਂ ਕਰਵਾਉਣੀ, ਫੈਲਾਉਣਾ, ਠੇਕੇ ਵਧਾਉਣੇ। ਅਸੀਂ ਇਹ ਉਮੀਦ ਕਰਦੇ ਸੀ ਕਿ ਕੇਜਰੀਵਾਲ ਸਰਕਾਰ ਸਾਰੀ ਸ਼ਰਾਬ ਨੂੰ ਸਰਕਾਰੀ ਹੱਥਾਂ 'ਚ ਲੈ ਕੇ ਨਾਲੇ ਲੋਕਾਂ ਨੂੰ ਨੌਕਰੀਆਂ ਦਊ, ਨਾਲੇ ਲੋਕਾਂ ਨੂੰ ਚੰਗੀ ਸ਼ਰਾਬ ਮਿਲੂ, ਤੇ ਨਾਲ
ਹਰ ਸ਼ਰਾਬ ਦੇ ਬੋਤਲ ਦੇ ਇੱਕ ਪੈਂਫਲੇਟ ਦੇਣਗੇ ਛੋਟਾ ਜਿਹਾ, ਹਿੰਦੀ 'ਚ ਲਿਖਿਆ, ਪੰਜਾਬੀ 'ਚ ਲਿਖਿਆ, ਅੰਗਰੇਜ਼ੀ 'ਚ ਲਿਖਿਆ, ਜਿਹੜੀਆਂ ਭਾਸ਼ਾ ਦਿੱਲੀ ਦੇ ਲੋਕ। ਭਾਈ ਸਿਹਤ ਲਈ ਵੈਸੇ ਤੇ ਸ਼ਰਾਬ ਤੇ ਵੀ ਲਿਖਿਆ ਹੁੰਦਾ, ਉਹਦਾ ਦੱਸਣਾ ਪਊਗਾ ਕਿ ਜੇ ਤੁਸੀਂ ਸ਼ਰਾਬ ਨਹੀਂ ਪੀਂਦੇ ਤੇ ਤੁਹਾਡੀ ਉਮਰ ਕਿੰਨੀ ਆ, ਜੇ ਸ਼ਰਾਬ ਪੀਂਦੇ ਆ ਤੇ ਇੰਨੀ ਸ਼ਰਾਬ ਪੀਂਦੇ ਆ ਤੇ ਇੰਨੇ ਸਾਲ ਘਟੂਗੀ, ਜੇ ਪਾਈਆ ਪੀਂਦੇ ਆ ਤੇ 10 ਸਾਲ ਘਟੂਗੀ, ਜੇ ਅਧੀਆ ਪੀਂਦੇ ਆ ਤੇ ਫਿਰ 25 ਸਾਲ ਵੀ ਘਟ ਸਕਦੀ ਹੈ, ਜਾਣੀ ਤੁਸੀਂ 40 ਦੇ ਨੇੜੇ ਤੇੜੇ ਹੀ ਦੁਨੀਆ ਤੋਂ ਜਾ ਸਕਦੇ ਆ। ਮੈਂ ਬਹੁਤ ਬੰਦੇ ਜਾਂਦੇ ਦੇਖੇ। ਸਾਨੂੰ ਤੇ ਉਮੀਦ ਇਸ ਕਿਸਮ ਦੀ ਚੰਗੀ ਸਰਕਾਰ ਤੇ ਇਹੋ ਹੀ ਹੋਊਗੀ ਜਿਹੜੀ ਸ਼ਰਾਬਾਂ ਤੋਂ, ਨਸ਼ਿਆਂ ਤੋਂ ਰੈਵਨਿਊ ਲੈ ਕੇ ਸਰਕਾਰਾਂ ਚਲਾਉਣ ਦੀ ਗੱਲ ਨਹੀਂ ਕਰੂਗੀ, ਸਗੋਂ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ, ਲੋਕਾਂ ਦੀ ਸਿਹਤ ਠੀਕ ਕਰਕੇ, ਲੋਕਾਂ ਦੀ ਪੜ੍ਹਾਈ ਚੰਗੀ ਕਰਕੇ, ਇੱਕ ਚੰਗੇ ਇਨਸਾਨ ਬਣਾ ਕੇ, ਚੰਗਾ ਸਮਾਜ ਬਣਾ ਕੇ ਉਹਦੇ ਤੇ ਰਾਜ ਕਰਨਾ ਤੇ ਉੱਥੋਂ ਅੱਗੇ ਹੋਰ ਆਮਦਨ ਪੈਦਾ ਕਰਨੀ, ਚੰਗੇ ਸਕਿਲਡ ਲੇਬਰ ਪੈਦਾ ਕਰਨੀ। ਇਸ ਕਿਸਮ ਦੀ ਆਪਾਂ ਉਮੀਦ ਕਰਦੇ ਹਾਂ। ਉਹ ਦਿੱਲੀ ਮਾਡਲ ਵਿੱਚ ਮੈਨੂੰ ਕੁਝ ਉਸ ਕਿਸਮ ਦਾ ਬਹੁਤਾ ਦਿਖਦਾ ਨਹੀਂ, ਰੌਲਾ ਜ਼ਿਆਦਾ ਦਿਖਦਾ, ਧੂਆਂ ਘੱਟਾ ਬਹੁਤ ਉੱਠਦਾ ਉਹਦੇ ਵਿੱਚੋਂ, ਜਦੋਂ ਬਹਿੰਦਾ ਥੱਲੇ ਧੂਆਂ ਤੇ ਘੱਟਾ, ਉਹਦੇ 'ਚ ਜਦੋਂ ਅੱਖਾਂ ਸਾਫ਼-ਸਾਫ਼ ਨਜ਼ਰ ਆਉਣ ਲੱਗਦਾ ਤੇ ਕੋਈ ਇਉਂ ਨਹੀਂ ਲੱਗਦਾ ਕਿ ਇੱਥੇ ਕੋਈ ਹੁਣ ਪੈਰਿਸ ਬਣ ਗਿਆ ਜਾਂ ਇੱਥੇ ਕੋਈ ਬਰਲਿਨ ਬਣ ਗਿਆ। ਇੱਥੇ ਉਸ ਕਿਸਮ ਦੀਆਂ ਝੁੱਗੀਆਂ ਚੌਂਪੜੀਆਂ, ਗੰਦ ਮੰਦ, ਭੀੜ ਭੜੱਕਾ, ਪੋਲਿਊਸ਼ਨ, ਪ੍ਰਦੂਸ਼ਣ, ਸਾਰਾ ਕੁਝ ਨਜ਼ਰ ਆਉਂਦਾ ਤੁਹਾਨੂੰ, ਜਿਹੜਾ ਬਾਰ-ਬਾਰ ਸੁਪਰੀਮ ਕੋਰਟ ਤੇ ਦੂਜੀਆਂ ਕੋਰਟਾਂ ਵੀ ਝਾੜਾਂ ਸਰਕਾਰ ਨੂੰ ਪਾਉਂਦੀਆਂ। ਇਹ 144 ਕਰੋੜ ਦਾ ਹੁਣ ਘਪਲਾ ਜੋ ਦੋਸ਼ ਲਾਤਾ, CBI ਨੂੰ ਆਰਡਰ ਕਰ ਦਿੱਤਾ ਗਿਆ, ਤੁਸੀਂ ਇਹਦੀ ਤਫਤੀਸ਼ ਕਰੋ। ਐਕਸਾਈਜ਼ ਮਿਨਿਸਟਰ ਸਿਸੋਦੀਆ ਹੋਣ ਕਰਕੇ ਉਹਦੇ ਤੇ ਕੁਦਰਤੀ ਆ ਗਾਜ ਉਹਦੇ ਤੇ ਗਿਰਨ ਦਾ ਖਤਰਾ। ਕੇਜਰੀਵਾਲ ਤੇ ਸ਼ਾਇਦ ਅਜੇ ਤੁਰੰਤ ਸਿੱਧਾ ਸੇਕ ਨਾ ਪਹੁੰਚੇ, ਕਿਉਂਕਿ ਕੇਜਰੀਵਾਲ ਇੰਨੇ ਕਿਤੇ ਹੁਸ਼ਿਆਰ ਹੈਗੇ ਕਿ ਉਹ ਪੈਸੇ ਦੇ ਮਾਮਲੇ 'ਚ ਥੋੜਾ ਆਪਣੇ ਆਪ ਨੂੰ ਅਲੂਪ ਰੱਖਣਗੇ, ਜਿਵੇਂ ਕਿ ਉਹ ਸਰਕਾਰ ਦੀ ਵੀ ਜ਼ਿੰਮੇਵਾਰੀ ਮਿਨਿਸਟਰੀਆਂ ਦੀ ਕੋਈ ਨਹੀਂ ਲਈ। ਬਾਕੀ ਸਾਰੇ ਜਿਹੜੇ ਮਿਨਿਸਟਰ ਸੀ ਉਹਨਾਂ ਨੂੰ ਹੀ ਸਾਰੀਆਂ ਡਿਪਾਰਟਮੈਂਟ ਸੌਂਪ ਦਿੱਤੇ ਸੀ, ਸ਼ੁਰੂ 'ਚ ਇੰਝ ਸੀ। ਅੱਜ ਦੀ ਡੇਟ ਵਿੱਚ ਕੋਈ ਉਹਨਾਂ ਨੇ ਮਿਨਿਸਟਰੀ ਲਈ ਹੈ ਕਿ ਨਹੀਂ ਲਈ ਉਹ ਮੈਨੂੰ ਨਹੀਂ ਪਤਾ, ਪਰ ਇਹ ਸ਼ੁਰੂਆਤ ਵਿੱਚ ਇਹ ਸੀਗਾ ਕਿ ਉਹ ਆਪ ਕੋਈ ਵੀ ਜ਼ਿੰਮੇਵਾਰੀ ਵੀ ਨਹੀਂ ਲੈਂਦੇ, ਜਿੱਥੇ ਕਿ ਇਸ ਗੱਲ ਦਾ ਕੱਲ ਨੂੰ ਦੋਸ਼ ਲੱਗ ਜਾਏ ਕਿ ਦੇਖੋ ਖਾ ਗਿਆ। ਇਸ ਲਈ ਕੋਈ ਗੱਲ ਨਹੀਂ ਹੈ, ਫਿਰ ਕੀ ਹੈ, ਜੇ 2-4 ਮਹੀਨੇ ਕੋਈ ਜਿਹੜਾ ਪੋਲੀਟੀਸ਼ੀਅਨ ਜੇਲ੍ਹ 'ਚ ਨਹੀਂ ਰਹਿ ਕੇ ਆਉਂਦਾ ਉਹ ਕਾਹਦਾ ਪੋਲੀਟੀਸ਼ੀਅਨ ਹੈ। ਉਹ ਦੇਖੋ ਜੇਲ੍ਹ 'ਚ ਪ੍ਰਕਾਸ਼ ਸਿੰਘ ਬਾਦਲ ਹੁਣੀ ਸੁਣਨ 'ਚ ਆਇਆ ਕਿ 16 ਸਾਲ ਜੇਲ੍ਹ ਕੱਟੀ ਹੈ, ਕਿੱਡੇ ਵੱਡੇ ਲੀਡਰ ਬਣੇ, 5 ਵਾਰੀ ਚੀਫ ਮਿਨਿਸਟਰ ਬਣੇ। ਇਸ ਲਈ ਸਿਸੋਦੀਆ ਲਈ ਜੇ ਕੋਈ ਤਹਿਕੀਕਾਤ, ਅਗਲੇ ਸੋਨੀਆ ਗਾਂਧੀ ਨੂੰ ਨਹੀਂ ਛੱਡ ਰਹੇ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਰੋਜ਼ ਈਡੀ ਦੇ ਸਾਹਮਣੇ ਜਾ ਕੇ ਬਹਿੰਦੇ ਆ, ਤੇ ਜਦੋਂ ਬੁਲਾਉਂਦੇ ਜਾਣਾ ਪੈਂਦਾ। ਉਹ ਸ਼ਿਵ ਸੈਨਾ ਵਾਲਿਆਂ ਨੂੰ ਵੀ ਬੁਲਾਇਆ, ਉਹ ਕਹਿੰਦੇ ਅਸੀਂ ਵੀ ਆਵਾਂਗੇ। ਇਸ ਲਈ ਇਹ ਤੇ ਇੱਕ ਤੰਤਰ ਬਣ ਗਿਆ। ਆਪਾਂ ਜੇ ਓਵਰਆਲ ਗੱਲ ਕਹੀਏ ਤਾਂ ਦੇਖੋ ਸਾਧਨ ਤੇ ਇਹੀ ਹੈ ਦੇਸ਼ ਦੀ ਕਰਪਸ਼ਨ ਨੂੰ ਦੂਰ ਕਰਨ ਦੇ, ਪਰ ਕੀ ਇਹ ਰਾਜਨੀਤਿਕ ਤੌਰ ਤੇ ਬਦਲਾਖੋਰੀ ਨਾਲ ਈਡੀ CBI ਉਧਰ ਨੂੰ ਕੇਸ ਦਿੱਤੇ ਜਾ ਰਹੇ ਆ, ਜਾਂ ਇਹ ਵਾਕਿਆ ਹੀ ਉਹਨਾਂ ਨੂੰ ਕੋਈ ਦਿਖਦਾ ਕਿ ਬਹੁਤ ਇੱਥੇ ਵੱਡਾ ਇਹਨਾਂ ਨੇ ਕੋਈ ਘਪਲਾ ਕਰ ਦਿੱਤਾ ਤੇ ਉਸ ਨੂੰ ਅਸੀਂ ਅਨਰਥ ਕਰਨ ਲਈ, ਉਸ ਨੂੰ ਲੋਕਾਂ ਦੇ ਵਿੱਚ ਜਗ ਜ਼ਾਹਰ ਕਰਨ ਲਈ ਅਸੀਂ ਇਹ ਸਾਰਾ ਕਰ ਰਹੇ ਹਾਂ। ਇੱਕ ਗੱਲ ਤੋਂ ਲੱਗਦਾ ਕਿ ਜਿਹੜਾ ਬਦਲਾਖੋਰੀ ਦੀ ਭਾਵਨਾ ਕੇਂਦਰ ਦੀ ਸਰਕਾਰ ਦੀ, ਉਹ ਇਸ ਤੋਂ ਲੱਗਦੀ ਹੈ ਸੁਖਵਿੰਦਰ ਕਿ ਕੀ ਜਿਹੜਾ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਸੁਣਿਆ ਹੋਣਾ ਤੁਸੀਂ, ਜਿਹੜਾ ਵੀ ਜਿਹੜੀ ਬਿੱਲੀ ਹੈ ਉਹ ਜਦੋਂ ਚੂਹੇ ਚਾਵੇ ਖਾ ਕੇ ਭਕਵਾਂ ਫੜ ਲੈਂਦੀ ਹੈ ਤੇ ਕਮਲ ਦੇ ਫੁੱਲ ਨੂੰ ਗਲੇ 'ਚ ਟੰਗ ਲੈਂਦੀ ਹੈ, ਉਹ ਤੇ ਫਿਰ ਬਿਲਕੁਲ ਸਾਫ਼ ਸੁਥਰੀ ਹੋ ਜਾਂਦੀ ਹੈ, ਕੋਈ ਚੂਹਾ ਨਹੀਂ ਖਾਦਾ, ਉਹ ਤੇ ਦੁੱਧ ਹੀ ਪੀਂਦੀ ਰਹੀ ਹੈ। ਤੇ ਇਸ ਲਈ ਦੁੱਧਾਧਾਰੀ ਵੀ ਬਿੱਲੀ ਹੈ, ਬੜੀ ਸ਼ਰੀਫ ਬਿੱਲੀ ਹੈ। ਇਹ ਕਿਵੇਂ ਹੋ ਜਾਂਦਾ ਮੈਨੂੰ ਦੱਸੋ ਤੁਸੀਂ, ਉਹਨਾਂ ਦੇ ਅੰਦਰ ਜਾ ਕੇ ਕਿਵੇਂ ਸਾਫ਼ ਸਫਾਈਆ ਹੋ ਜਾਂਦਾ ਉਹਨਾਂ ਦਾ, ਉਹਨਾਂ ਤੇ ਕਿਉਂ ਨਹੀਂ ਈਡੀ ਚੜ੍ਹਦੀ, ਉਹਨਾਂ ਤੇ CBI IB ਦੀਆਂ ਇਨਕੁਆਇਰੀਆਂ ਕਿਉਂ ਨਹੀਂ ਹੁੰਦੀਆਂ। ਇਹ ਤੇ ਧੱਕਾ ਲੋਕ ਦੇਖ ਰਹੇ ਆ। ਲੋਕ ਇਸ ਗੱਲ ਦਾ ਵੀ ਇਨਸਾਫ ਇੱਕ ਦਿਨ ਮੰਗਣਗੇ, ਪਰ ਜਿੱਥੋਂ ਤੱਕ ਗੱਲ ਇਹ ਚੱਲੀ ਹੈ ਇਹ ਦੇਖੋ ਆਗੇ ਹੋਤਾ ਹੈ ਕਿਆ ਜੀ। ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਜਿੰਨੀ ਪੰਜਾਬ ਦੇ ਵਿੱਚ ਕੈਬਨਿਟ ਤੇ MLAs ਨੇ
ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਧਰੋਂ ਵੀ ਹੱਲਾ ਬੋਲ ਹੋ ਜਾਣਾ, ਜਿਵੇਂ ਦਿੱਲੀ ਦੀ ਸਾਰੀ ਲੀਡਰਸ਼ਿਪ ਜਿਹੜੀ ਉਹ ਨਿਕਲ ਕੇ ਬਾਹਰ ਆ ਗਈ। ਹਾਲਾਂਕਿ ਰਾਘਵ ਚੱਡਾ ਸਾਹਿਬ ਦਾ ਟਵੀਟ ਜਿਹੜਾ ਉਹਨਾਂ ਨੇ ਰੀਟਵੀਟ ਕੀਤਾ ਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਵੀਡੀਓ ਨੂੰ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਕੋਈ ਟਵੀਟ ਜਾਂ ਉਹੋ ਜਿਹਾ ਕੋਈ ਬਿਆਨ ਹਾਲੇ ਸਾਹਮਣੇ ਨਹੀਂ ਆਇਆ ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ। ਇਹ ਜ਼ਰੂਰ ਹੈ ਕਿ ਉਹ ਫਿਰੋਜ਼ਪੁਰ ਦੇ ਵਿੱਚ ਸ਼ਾਇਦ ਇੱਕ ਸ਼ਹੀਦ ਸਿੱਖ ਸ਼ਹੀਦ ਜਿਹੜਾ ਪੰਜਾਬੀ ਫੌਜ ਦੇ ਵਿੱਚ ਸ਼ਹੀਦ ਹੋ ਗਿਆ ਸੀ, ਉਹਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ ਦੇ ਕੇ ਆਏ ਨੇ, ਉਸ ਪਾਸੇ ਵੱਲ ਤੁਰੇ ਹੋਏ ਨੇ। ਮੈਂ ਗੱਲ ਉੱਥੇ ਲੈ ਕੇ ਆਵਾਂ ਕਿ ਸ਼ਰਾਬ ਦੀ ਨੀਤੀ ਤਾਂ ਪੰਜਾਬ ਵੀ ਉਡੀਕ ਰਿਹਾ, ਕਿਤੇ ਇਹ ਨਾ ਹੋਵੇ ਕੱਲ ਨੂੰ ਜਿਹੜਾ ਉਹ ਇੱਧਰ ਵੀ ਟੱਲੀ ਗਲ ਚ ਪੈ ਜੇ। ਸਰਕਾਰ ਨੂੰ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ, ਕਿਉਂਕਿ ਇੱਥੇ ਮਾਮਲਾ ਸਗੋਂ ਜ਼ਿਆਦਾ ਪੇਚੀਦਾ ਹੋ ਸਕਦਾ ਦਿੱਲੀ ਦੇ ਨਾਲੋਂ। ਸੁਖਿੰਦਰ, ਆਪਾਂ ਤੇ ਦੇਖੋ ਕਿੰਨੀ ਵਾਰੀ ਮੰਗ ਕੀਤੀ ਆ, ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੋਪਰ ਪਲਾਨ ਬਣਾ ਕੇ ਦਿੱਤੀ ਸੀਗੀ ਸ਼ਰਾਬ ਬਾਰੇ ਵੀ ਔਰ ਸ਼ਰਾਬ ਦੀ ਨੀਤੀ ਬਾਰੇ ਵੀ ਤੇ ਬਜਰੀ ਰੇਤਾ ਬਾਰੇ ਵੀ। ਉਹ ਨਹੀਂ ਸਿਰੇ ਚੜੀ, ਜੇਲ੍ਹ ਚ ਚਲੇ ਗਏ ਉਲਟਾ, ਮਤਲਬ ਆਪਣੀ ਮਿਨਿਸਟਰੀ ਤੋਂ ਵੀ ਹੱਥ ਧੋਏ ਪਹਿਲਾਂ। ਤੇ ਇਸ ਕਿਸਮ ਦਾ ਜਦੋਂ ਸਾਡੇ ਸਰਕਾਰਾਂ ਦੇ ਅੰਦਰ ਹੀ ਉਹਨਾਂ ਲੋਕਾਂ ਨੂੰ ਸ਼ਹਿ ਦੇਣ ਵੱਲ ਜਿਹੜੇ ਕਿ ਮਾਫੀਆ ਹੈਗੇ ਆ, ਉਧਰ ਦੀ ਨੀਤੀ ਜਾਂ ਕਹਿ ਲਓ ਬਦ ਨੀਤੀ ਹੋਏ, ਤਾਂ ਫਿਰ ਆਪਾਂ ਪੰਜਾਬ ਦੇ ਭਲੇ ਦੀਆਂ ਗੱਲਾਂ ਹਵਾਈ ਗੱਲਾਂ ਹੈਗੀਆਂ। ਇਹਨਾਂ ਤੋਂ ਵੀ ਇਹ ਤੇ ਉਮੀਦ ਕੀਤੀ ਜਾਂਦੀ ਸੀ ਕਿ ਆਉਂਦਿਆਂ ਹੀ 2-4 ਮਹੀਨਿਆਂ 'ਚ ਇਹ ਗੱਲ ਦਾ ਕਰਨਗੇ ਕਿ ਜਿਹੜੀ ਪੰਜਾਬ ਦੀ ਇੰਨੀ ਵੱਡੀ ਦਾਰੂ ਵਿਕਰੀ ਹੁੰਦੀ ਆ, ਉਸ ਨੂੰ ਇਹ ਸਰਕਾਰੀ ਹੱਥ ਵਿੱਚ ਲੈਣਗੇ ਔਰ ਇਹ ਪ੍ਰਾਈਵੇਟ ਲੋਕਾਂ ਨੂੰ ਵਿੱਚੋਂ ਬਾਹਰ ਕਰਕੇ ਉਹ ਜਿਹੜਾ ਪੈਸਾ ਠੇਕੇਦਾਰਾਂ ਦੇ ਹੱਥ ਵਿੱਚ ਜਾਂਦਾ, ਉਸ ਨੂੰ ਸਰਕਾਰ ਆਪਣੇ ਕੋਲ ਰੱਖੂਗੀ। ਉਹ ਰੈਵਨਿਊ ਬਹੁਤ ਵੱਡੇ ਪੱਧਰ ਤੇ ਹੋ ਸਕਦਾ, ਉਹਦੇ ਚ ਲੋਕਾਂ ਨੂੰ ਨੌਕਰੀਆਂ ਵੀ ਮਿਲਣਗੀਆਂ। ਇਸ ਪਹਿਲਾਂ ਵੀ ਤੁਹਾਡੇ ਕੋਲ ਇਹੋ ਜਿਹੀਆਂ ਐਗਜ਼ਾਮਪਲਾਂ, ਤਾਮਿਲਨਾਡੂ ਦੀ ਐਗਜ਼ਾਮਪਲ ਆ, ਹੋ ਰਿਹਾ ਦਿੱਲੀ ਵਿੱਚ ਵੀ ਪਹਿਲਾਂ ਸਰਕਾਰੀ ਕੰਟਰੋਲ ਦੇ ਵਿੱਚ ਸੀਗੀ। ਹੁਣ ਇਹ ਕਹਿ ਰਹੇ ਆ ਕਿ ਪ੍ਰਾਈਵੇਟ ਖੁੱਲਾ ਹੋਰ ਸਾਰਾ ਉੱਥੇ ਵੀ ਸ਼ੁਰੂ ਕਰ ਦਿੱਤਾ। ਪਤਾ ਨਹੀਂ ਕਿਉਂ ਇਹਨਾਂ ਨੂੰ ਇਹ ਸੌਖਾ ਲੱਗਦਾ, ਜਾਂ ਇਹਨਾਂ ਦੀ ਪਾਰਟੀ ਨੂੰ 4 ਪੈਸੇ, ਕੋਈ ਵੀ ਜਿਹੜੀ ਰੂਲਿੰਗ ਹੁੰਦੀ 4 ਪੈਸੇ ਉਹਦੇ ਚੋਂ ਠੇਕੇਦਾਰਾਂ ਤੋਂ ਆਉਂਦੇ ਆ, ਇਸ ਕਰਕੇ ਉਸ ਪਾਸੇ ਨੂੰ ਚੱਲ ਪੈਂਦੇ ਆ। ਪਾਲਿਸੀ ਬਿਲਕੁਲ ਚਾਹੀਦੀ ਹੈ। ਜੇ ਤੁਸੀਂ ਪਹਿਲੀ ਗੱਲ ਤੇ ਮੈਂ ਦਿੱਲੀ ਵਾਲੀ ਗੱਲ ਹੀ ਪੰਜਾਬ ਦੇ ਕੰਟੈਕਸਟ ਵਿੱਚ ਵੀ ਕਹਾਂ ਕਿ ਸ਼ਰਾਬ ਵਰਤਾਉਣੀ ਕੋਈ ਚੰਗੀ ਗੱਲ ਨਹੀਂ ਹੈ। ਉਹ ਵੀ ਜਿੱਥੇ ਸਿੱਖ ਮੈਜੋਰਿਟੀ ਸਟੇਟ ਹੋਵੇ, ਉੱਥੇ ਦੇ ਸੰਸਕਾਰ, ਦਾਰੂ ਪੀਣੀ, ਝਗੜੇ ਕਰਨੇ, ਵਿਆਹਾਂ ਸ਼ਾਦੀਆਂ, ਇਹ ਸਾਰਾ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ। ਮੈਂ ਕੋਈ ਇਸ ਤਰੀਕੇ ਨਾਲ ਨਫ਼ਰਤ ਨਹੀਂ ਕਰਦਾ ਇਹਨਾਂ ਚੀਜ਼ਾਂ ਨੂੰ, ਮੈਂ ਉਸ ਗੱਲ ਚੋਂ ਨਹੀਂ ਬੋਲ ਰਿਹਾ, ਪਰ ਇੱਕ ਸਿਹਤਮੰਦ ਸਮਾਜ ਲਈ ਥੋੜਾ ਜਿਹਾ ਆਪਾਂ ਗਰਮ ਦੇਸ਼ ਹਾਂ, ਅਸੀਂ ਕਿਹੜਾ ਠੰਡਾ ਦੇਸ਼ ਹਾਂ, ਕੋਈ ਇੰਗਲੈਂਡ ਤੇ ਹੈ ਨਹੀਂ, ਨਾ ਸਾਈਬੇਰੀਆ ਹੈਗਾ, ਨਾ ਇਹ ਕੈਨੇਡਾ ਹੈਗਾ। ਇੱਥੇ ਲਿਆਵੇ ਮਾੜੀ ਜੀ ਰਾਮ ਗਰਮ ਕਰਨ ਲਈ ਥੋੜਾ ਜਿਹਾ ਬੜੇ ਹੱਡ ਠੰਡੇ ਹੋ ਰਹੇ, ਇਹੋ ਜਿਹੀ ਤੇ ਗੱਲ ਨਹੀਂ। ਇੱਥੇ ਤੇ ਪਹਿਲਾਂ ਹੀ ਗਰਮੀ ਚੜੀ ਰਹਿੰਦੀ ਹੈ, ਦਿਮਾਗ ਨੂੰ ਵੀ ਤੇ ਸਰੀਰ ਨੂੰ ਵੀ ਤੇ ਬਾਹਰ ਵਾਤਾਵਰਨ ਨੂੰ ਵੀ। ਤੇ ਜੇ ਆਪਾਂ ਹੋਰ ਅੱਗ ਲਾਉਣੀ ਆ, ਉਹ ਠੀਕ ਨਹੀਂ ਹੈਗਾ। ਘਰ ਦਾ ਜੀਵਨ ਬੜਾ ਬਾਦਮਨੀ ਹੁੰਦੀ। ਅਸੀਂ ਗਰੀਬ ਦੇਸ਼ ਹੈਗੇ ਆ, ਅਸੀਂ ਅਫੋਰਡ ਨਹੀਂ ਕਰ ਸਕਦੇ। ਚਾਹੀਦਾ ਤੇ ਇਹ ਹੈ, ਪਰ ਜੇ ਤੁਸੀਂ ਚਲੋ ਅਜੇ ਇੱਕਦਮ ਇਸ ਚੀਜ਼ ਨੂੰ ਗੇੜਾ ਨਹੀਂ ਦੇ ਸਕਦੇ, ਜਿਹੜੇ ਜਿਨ੍ਹਾਂ ਨੇ ਪੀਣੀ ਉਹਨਾਂ ਤੇ ਪੀਣੀ ਆ, ਉਹਨਾਂ ਨੇ ਮੰਗਣੀ ਵੀ ਹੈਗੀ ਆ, ਫਿਰ ਉਹਨਾਂ ਨੂੰ ਚੰਗੀ ਤੇ ਸ਼ਰਾਬ ਦੇਣੀ ਤੇ ਸਰਕਾਰੀ ਤੌਰ ਤੇ ਉਸ ਨੂੰ ਕੰਟਰੋਲ ਕਰਕੇ ਜ਼ਿਆਦਾ ਰੈਵਨਿਊ ਲੈਣਾ, ਉਹ ਇੱਕ ਚੰਗੀ ਗੱਲ। ਪਰ ਮੈਨੂੰ ਪਤਾ ਨਹੀਂ ਉਹ ਹੁਣ ਪਾਲਿਸੀ ਜਾਰੀ ਹੈ ਕਿ ਨਹੀਂ ਜਾਰੀ। ਪਿੱਛੇ ਜੇ ਜਦੋਂ ਠੇਕੇ ਨਵੇਂ ਦੇਣੇ ਸੀ, ਅੱਧੀ ਕੀਮਤ ਤੇ ਸ਼ਰਾਬ ਮਿਲਣ ਲੱਗ ਪਈ, ਲੋਕਾਂ ਨੇ ਉਹ ਡੀਂਜਾਂ ਲਾਈਆਂ, ਪੁੱਛੋ ਹੀ ਕੋਈ ਨਾ। ਤੇ ਹੁਣ ਉਹ ਤੇ ਪੀਣ ਵਾਲੇ ਹੀ ਜਾਣਦੇ ਹੋਣਗੇ, ਜਿਹੜੇ ਸੁਣਦੇ ਹੋਣਗੇ, ਕੋਈ ਫੋਨ ਕਰਕੇ ਸਾਨੂੰ ਦੱਸ ਵੀ ਦਊਗਾ ਵੀ ਉਹ ਕੀ ਅਜੇ ਸਸਤੀ ਮਿਲ ਰਹੀ ਹੈ ਕਿ ਦੁਬਾਰਾ ਠੇਕੇ ਚੜ੍ਹਨ ਤੋਂ ਮਹਿੰਗੀ ਹੋ ਗਈ ਹੈ। ਪਰ ਇਹ ਕੋਈ, ਮੇਰਾ ਖਿਆਲ ਹੈ ਕਿ ਬਹੁਤ ਚੰਗੀ ਗੱਲ ਤੇ ਨਹੀਂ। ਪੜ੍ਹਾਈ ਸਸਤੀ ਕਰ ਦਿਓ, ਸਿਹਤ ਸਸਤੀ ਕਰ ਦਿਓ। ਤੁਹਾਡੇ ਪ੍ਰਾਇਮਰੀ ਹੈਲਥ ਸੈਂਟਰਾਂ 'ਚ ਅੱਜ ਖਬਰ ਆਈ ਹੈ ਕਿ ਦਵਾਈਆਂ ਹੀ ਹੈ ਨਹੀਂ। ਕਿੰਨੀ ਦਵਾਈ ਦੇਣੀ ਹੁੰਦੀ ਮਹੀਨੇ ਦੀ? 7,500 ਦੀ 7,000 ਦੀ ਦਵਾਈ ਦੇਣੀ ਹੁੰਦੀਆਂ, ਦਵਾਈ ਮਹੀਨੇ ਦੀ ਇੱਕ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ। ਕੋਈ 7,000 ਦੀ ਇੱਕ ਬੰਦਾ ਇੱਕ ਦਿਨ ਦੀ ਲੈ ਜਾਂਦਾ ਦਵਾਈ। ਕੋਈ ਹੈਗਾ ਕੋਈ ਕੰਮ ਇਹ ਬੰਦੇ ਦਾ? ਘੇੜਾ ਉਹਲਾ ਪਿੰਡਾਂ ਦੀਆਂ ਸੇਵਾ ਕਰਨੀ। ਤੁਸੀਂ ਉਹਨਾਂ ਨੂੰ ਕਰੋ, ਉੱਥੇ ਲਾਓ ਪੈਸਾ, ਚੰਗਾ ਤਰੀਕੇ ਨਾਲ ਲਾਓ, ਉੱਥੇ ਸਸਤਾ ਕਰੋ, ਉੱਥੇ ਡਾਕਟਰ ਲਾਓ। ਉਹ ਜ਼ਰੂਰਤ ਹੈਗੀ ਆ, ਉਹ ਤਾਂ ਹੀ ਪੰਜਾਬ ਅੱਗੇ ਵਧੂਗਾ। ਪਰ ਮੇਰਾ ਖਿਆਲ ਹੈ ਕਿ ਇਹ ਜਿਹੜਾ ਕੰਟਰੋਲ ਤੇ ਦਾਰੂ ਵਾਲੀ ਚੀਜ਼ ਤੇ ਸਰਕਾਰ ਦਾ ਜੇ ਹੋ ਜੇ ਤੇ ਇਹਨਾਂ ਨੂੰ ਰੈਵਨਿਊ ਹੋ ਸਕਦਾ 5-7 ਹਜ਼ਾਰ ਕਰੋੜ ਹੋਰ ਵੱਧ ਵੀ ਮਿਲੂਗਾ ਤੇ ਲੋਕਾਂ ਨੂੰ ਦਾਰੂ ਚੰਗੀ ਮਿਲੂਗੀ। ਜੀ ਪ੍ਰੋਫੈਸਰ, ਹੁਣ ਮੈਂ ਗੱਲ ਜੇ ਕਿਸਾਨਾਂ ਦੀ ਕਰਾਂ ਕਿ ਕਿਸਾਨ ਤਾਂ ਕਹਿੰਦੇ ਕਿ ਕੇਂਦਰ ਸਰਕਾਰ ਐਮਐਸਪੀ ਤੇ ਕਮੇਟੀ ਬਣਾ ਕੇ ਛਲਾਵਾ ਕਰ ਰਹੀ ਹੈ। ਵਾਰ-ਵਾਰ ਕਿਸਾਨਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ
ਤੇ ਦੂਜੇ ਬੰਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਿੱਠੀ ਲਿਖਦੇ ਨੇ ਕੇਂਦਰ ਨੂੰ ਕਿ ਪੰਜਾਬ ਨੂੰ ਸ਼ਾਮਲ ਕਰੋ ਜੀ ਉਸ ਕਮੇਟੀ ਦੇ ਵਿੱਚ। ਰਾਘਵ ਚੱਡਾ ਹੋਰੀ ਵੀ ਮੰਗ ਉਠਾ ਰਹੇ ਨੇ। ਇਹ ਕਿਸ ਤਰ੍ਹਾਂ ਦਾ ਬਿਆਨ ਹੈ? ਇੱਕ ਪਾਸੇ ਤਾਂ ਕਿਸਾਨ ਹਿਤੈਸ਼ੀ, ਜਾਂ ਤਾਂ ਕਿਸਾਨਾਂ ਨਾਲ ਸਲਾਹ ਕਰ ਲਓ ਕਿ ਆਪਾਂ ਕਰਨਾ ਕੀ ਹੈ, ਤੇ ਜਾਂ ਫਿਰ ਆਪਣੇ ਹਿਸਾਬ ਨਾਲ ਜੇ ਤੁਸੀਂ ਕਰਨਾ ਹੈ ਤੇ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ। ਦੇਖੋ, ਪੜ੍ਹਨ 'ਚ ਇਹ ਆਇਆ ਕਿ ਇਹ 29 ਮੈਂਬਰੀ ਕਮੇਟੀ ਹੈ। 5 ਕਿਸਾਨ ਜਿਹੜੇ ਪਹਿਲਾਂ ਹੀ ਕਿਸਾਨ ਰਿਪਰੈਜ਼ੈਂਟੇਟਿਵ ਨੁਮਾਇੰਦੇ ਕਹਿ ਲਓ, ਜਿਹੜੇ ਸਰਕਾਰੀਏ ਆ, ਜਿਹੜੇ ਉਹਨਾਂ 3 ਕਾਲੇ ਕਾਨੂੰਨਾਂ ਦੇ ਹੱਕ 'ਚ ਸੀ, ਉਹ ਪਹਿਲਾਂ ਹੀ ਮੈਂਬਰ ਬਣ ਚੁੱਕੇ। 3 ਮੈਂਬਰ ਹੋਰ ਕਿਸਾਨ ਜਥੇਬੰਦੀਆਂ ਦੇ ਬਣਨੇ ਆ, SKM ਦੇ ਕਹਿ ਲਓ, ਉਹ ਅਜੇ ਖਾਲੀ ਆ। ਸਰਕਾਰ ਬਾਰ-ਬਾਰ ਇਹਨਾਂ ਜਥੇਬੰਦੀਆਂ ਨੂੰ ਲਿਖਦੀ ਹੈ ਕਿ ਤੁਸੀਂ ਆਪਣੇ ਮੈਂਬਰ ਦਿਓ। ਇਹ ਕੰਨੀ ਕਤਰਾਉਂਦੇ ਆ, ਉਹ ਇਸ ਕਰਕੇ ਕਿ ਉਹਨਾਂ ਦੇ ਵੱਡੀ ਗਿਣਤੀ 'ਚ ਆਪਣੇ ਬੰਦੇ ਵਾੜੇ ਹੋਏ ਆ। ਜੇ 26 'ਚ 3 ਤੁਸੀਂ ਕਿਸਾਨ ਜਥੇਬੰਦੀਆਂ ਵਾੜ ਲੋਗੇ ਤੇ ਫੈਸਲਾ ਤੇ ਫਿਰ ਮੈਜੋਰਿਟੀ ਦਾ ਹੋ ਜਾਊਗਾ। ਇਹ ਧਿਰਾਂ ਉਸ ਫੈਸਲੇ ਦੇ ਜ਼ਿੰਮੇਵਾਰ ਹੋ ਜਾਣੀਆਂ। ਇਸ ਗੱਲ ਤੋਂ ਕੰਨੀ ਕਤਰਾਉਂਦੇ ਆ ਕਿਸਾਨ। ਪਰ ਮੇਰਾ ਖਿਆਲ ਹੈ ਕਿ ਇਹ ਫੈਸਲਾ ਕਿਸਾਨਾਂ ਨੂੰ ਕਰ ਲੈਣਾ ਚਾਹੀਦਾ ਕਿ ਇਹ ਜ਼ਰੂਰੀ ਥੋੜੀ ਹੈ ਕਿ ਕੋਈ ਜਿਹੜਾ ਫੈਸਲਾ ਆ ਉਹਦੇ ਤੁਸੀਂ ਹਿੱਸੇ ਬਣਨਾ। ਤੁਸੀਂ ਹਮੇਸ਼ਾ ਆਪਣਾ ਡਿਸੈਂਟਿੰਗ ਨੋਟ ਉੱਥੇ ਦੇ ਸਕਦੇ ਹੁੰਦੇ ਆ ਕਿ ਸਾਨੂੰ ਤੁਹਾਡਾ ਇਹ ਸਾਰਿਆਂ ਦਾ ਫੈਸਲਾ, ਅਸੀਂ ਉਹਦੇ ਨਾਲ ਸਹਿਮਤ ਨਹੀਂ। ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਵੀ ਤੁਸੀਂ ਰੌਲਾ ਪਾ ਸਕਦੇ ਹੁੰਦੇ ਆ ਕਿ ਜੋ ਅੰਦਰ ਹੋਇਆ, ਅਸੀਂ ਉਸ ਦੇ ਵਿਰੁੱਧ ਆਹ ਦਲੀਲਾਂ ਦਿੱਤੀਆਂ ਜਿਹੜੀਆਂ ਸਾਡੀਆਂ ਸਰਕਾਰ ਨੇ ਨਹੀਂ ਸੁਣੀਆਂ, ਸਾਨੂੰ ਇਹ ਫੈਸਲੇ ਮਨਜ਼ੂਰ ਨਹੀਂ ਹੈਗੇ। ਪਰ ਇਹ ਇੱਕ ਵਾਰੀ ਫੈਸਲਾ ਕਰ ਲੈਣਾ ਚਾਹੀਦਾ ਕਿ ਬਾਈਕਾਟ ਕਰਨਾ ਤੁਸੀਂ, ਜਾਂ ਤੁਸੀਂ ਅੰਦਰ ਜਾ ਕੇ ਆਪਣੇ ਸੁਜੈਸ਼ਨ ਦੇ ਕੇ ਸਰਕਾਰ ਨੂੰ ਬੇਜ਼ਬਾਨ ਕਰਨਾ, ਜਿਵੇਂ ਕਿਸਾਨ ਜਥੇਬੰਦੀਆਂ ਪਹਿਲਾਂ ਕਰਦੀਆਂ ਰਹੀਆਂ। ਤੁਹਾਨੂੰ ਯਾਦ ਹੈ ਕਿ ਪਿਛਲੀ ਵਾਰ ਵੀ ਸਰਕਾਰ ਬਾਰ-ਬਾਰ ਕਿਸਾਨਾਂ ਨੂੰ ਕਹਿੰਦੀ ਸੀ ਤੁਸੀਂ 5 ਬੰਦੇ ਲੈ ਆਇਆ ਕਰੋ, ਤੁਸੀਂ 40-45 ਬੰਦਿਆਂ ਦਾ ਵੱਡਾ ਬੱਸਾਂ ਭਰ ਕੇ ਸਾਡੇ ਸਾਹਮਣੇ ਬਹਿ ਜਾਂਦੇ ਆ, ਸਾਡੇ ਕੋਲ ਨਹੀਂ ਇਸ ਤਰੀਕੇ ਨਾਲ ਗੱਲ ਹੁੰਦੀ। ਉਹ ਕਿਸਾਨਾਂ ਦਾ ਆਰਗੂਮੈਂਟ ਹੁੰਦਾ ਸੀ ਵੀ ਆਪਾਂ ਆਪਣੀ ਫੌਜ ਨਾਲ ਲਿਆਉਨੇ, ਪਰ ਬੋਲਦੇ ਤੇ 5-4 ਬੰਦੇ ਹੀ ਆ। ਆਪਣਾ ਸਾਡਾ ਬੜਾ ਡਿਸਪਲਿਨ ਹੈ, ਅਸੀਂ ਸਾਰੇ ਥੋੜੀ ਬੋਲਦੇ ਆ ਉੱਥੇ। ਇਹ ਸਾਡੇ ਗਵਾਹ ਆ, ਵਿਟਨੈਸ ਆ, ਜਥੇਬੰਦੀਆਂ ਦੇ ਨੇਤਾ ਆ। ਅਸੀਂ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਕੋਈ ਵੀ ਫੈਸਲਾ ਨਹੀਂ ਲੈ ਸਕਦੇ। ਅਸੀਂ ਤੇ ਭਰੀ ਸਭਾ 'ਚ ਜੋ ਵੀ ਕਹਿਣਾ ਤੇ ਸੁਣਨਾ ਤੇ ਫੈਸਲਾ ਲੈਣਾ। ਹੁਣ ਇਸ ਕਿਸਮ ਦਾ ਵਾਇਆ ਮੀਡੀਆ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਕੱਢ ਲੈਣਾ ਚਾਹੀਦਾ ਆ। ਰਹੀ ਗੱਲ ਭਗਵੰਤ ਮਾਨ ਦੀ, ਰਾਘਵ ਚੱਡੇ ਦੀ, ਜਾਂ ਹੋਰ ਸਾਰੇ ਜਿਹੜੇ ਬਾਰ-ਬਾਰ ਬਿਆਨ ਦਿੰਦੇ ਆ, ਕੇਜਰੀਵਾਲ ਵੀ ਬਿਆਨ ਦਿੰਦਾ, ਪੰਜਾਬ ਸੇ ਧੱਕਾ। ਭਾਈ ਤੁਸੀਂ ਕਿੱਥੇ ਗਏ ਸੀ ਪਹਿਲਾਂ ਦੱਸੋ? ਹੁਣ ਤੁਸੀਂ ਜੋ ਆਪਣੇ ਪਲੈਕਾਰਡ ਲੈ ਕੇ ਉੱਥੇ ਪੋਸਟਰ ਜੇ ਲੈ ਕੇ ਪਾਰਲੀਮੈਂਟ ਦੇ ਸਾਹਮਣੇ ਖੜਦਾ ਰਾਘਵ ਚੱਡਾ ਤੇ ਕਦੀ ਸੰਜੇ ਸਿੰਘ ਤੇ ਹੋਰ ਖੜੇ ਹੋਏ ਸੀਗੇ ਉੱਥੇ 3-4 ਬੰਦੇ। ਇਹਨਾਂ ਨੂੰ ਪੁੱਛੇ ਕਿ ਜਿੱਦਣ ਕਿਸਾਨ ਇਹ ਮੂਵਮੈਂਟ ਨੂੰ ਲੈ ਕੇ ਚੱਲੇ ਸੀ, MSP ਦੀ ਮੰਗ ਤੇ ਉਦਣ ਵੀ ਸੀ, ਉਦਣ ਪੰਜਾਬ 'ਚ ਤੁਹਾਡੀ ਸਰਕਾਰ ਨਹੀਂ ਸੀ, ਕਾਂਗਰਸ ਦੀ ਸਰਕਾਰ ਸੀ, ਪਰ ਕਿਸਾਨ ਜਥੇਬੰਦੀਆਂ ਤੇ ਤੁਹਾਡੇ ਬਰੂਹਾਂ ਦੇ ਬੈਠੀਆਂ ਸੀ। ਦਿੱਲੀ ਦੇ ਬਰੂਹਾਂ ਦੇ 1.25 ਸਾਲ ਬੈਠੀਆਂ ਰਹੀਆਂ। ਤੁਸੀਂ ਕਿੰਨਾ ਕੁ ਉਹਨਾਂ ਦਾ ਹੱਥ ਫੜਿਆ? ਮੇਰਾ ਤੇ ਇਹੀ ਸਵਾਲ ਆ। ਅਸੀਂ ਬਾਰ-ਬਾਰ ਚੈਨਲਾਂ ਤੇ, ਤੁਹਾਡੇ ਚੈਨਲ ਰਾਹੀਂ ਵੀ, ਹੋਰ ਸਾਰੇ ਮਾਧਿਅਮ ਰਾਹੀਂ ਗੁਹਾਰ ਲਾਉਂਦੇ ਰਹੇ ਵੀ ਉਹ ਕੇਜਰੀਵਾਲ ਜੀ, ਜੇ ਤੁਸੀਂ ਪੰਜਾਬ 'ਚ ਸਰਕਾਰ ਬਣਾਉਣੀ ਹੈ, ਉਹ ਤੇ ਚਲੋ ਲੋਕਾਂ ਨੇ ਇੰਨੇ ਹਤਾਸ਼ ਹੀ ਨਹੀਂ ਸੀ, ਬਣਾਤੀ 92, ਪਰ ਤੁਹਾਡਾ ਫਰਜ਼ ਇਹ ਬਣਦਾ ਕਿ ਜੇ ਤੁਸੀਂ ਪੰਜਾਬ ਦੀਆਂ ਵੋਟਾਂ ਤੇ ਅੱਖ ਰੱਖਦੇ ਆ, ਸਰਕਾਰ ਬਣਾਉਣ ਤੇ ਅੱਖ ਰੱਖਦੇ ਆ, ਤੇ ਤੁਹਾਡਾ ਫਰਜ਼ ਇਹ ਬਣਦਾ ਕਿ ਉੱਥੇ ਕੇਂਦਰੀ ਸਰਕਾਰ ਨੂੰ ਥੋੜਾ ਦਬਾਓ। ਤੇ ਦਬਾਉਣ ਦਾ ਇੱਕੋ ਇੱਕ ਤਰੀਕਾ ਸੀ, 5-4 ਵੱਡੀਆਂ ਰੈਲੀਆਂ ਕਰਦੇ ਕੋਨਿਆਂ ਤੇ, ਨਾਲ ਇਹਨਾਂ ਕਿਸਾਨ ਲੀਡਰਾਂ ਨੂੰ ਬੁਲਾਉਂਦੇ। ਕਿਸਾਨ ਲੀਡਰ ਤੇ ਆਪਣੀਆਂ ਉੱਥੇ ਕਰਦੇ ਰਹੇ ਜਾ ਕੇ, ਜੰਤਰ ਮੰਤਰ ਤੇ ਪੈਰਲਲ ਪਾਰਲੀਮੈਂਟ ਲਾਈ, ਸਾਰਾ ਕੀਤਾ। ਰਾਹੁਲ ਗਾਂਧੀ ਆਇਆ, ਹੋਰ ਵਿਰੋਧੀ ਲੀਡਰ ਵੀ ਕਈ ਕਿਸਮ ਦੇ ਆਏ, ਰੂਲਿੰਗ ਨਹੀਂ ਕੋਈ ਆਉਣ ਦਿੱਤਾ ਉਹਨਾਂ ਨੇ। ਉੱਥੇ ਆ ਕੇ ਥੱਲੇ ਕਿਸਾਨਾਂ 'ਚ ਸ਼ਾਮਲ ਹੋਏ। ਪਰ ਇਹ ਕੇਜਰੀਵਾਲ ਦੀ ਸਰਕਾਰ ਹੁੰਦਿਆਂ ਹੋਇਆਂ ਵੀ ਰਾਜਨੀਤਿਕ ਤੌਰ ਤੇ MSP ਲਈ ਜਦੋਂ ਕਿਸਾਨ ਲੜ ਰਹੇ ਸੀ, ਇਹਨਾਂ ਨੇ ਕੀ ਮਦਦ ਕੀਤੀ ਸਾਨੂੰ ਦੱਸਣ? ਉੱਥੇ ਲਿਖੀ ਛਿਪੀ ਗੱਲ ਨਹੀਂ ਹੈ ਨਾ। ਉਦਣ ਜੇ ਇਹ ਹੱਲਾ ਬੋਲ ਦਿੰਦੇ ਤੇ ਇਹ ਕਿਸਾਨਾਂ ਨੂੰ 1.25 ਸਾਲ ਬੈਠਣ ਦੀ ਜਗ੍ਹਾ 3 ਮਹੀਨਿਆਂ 'ਚ ਫੈਸਲਾ ਹੋ ਜਾਣਾ ਸੀ। ਇਹ 26 ਜਨਵਰੀ ਤੱਕ ਹੀ ਫੈਸਲਾ ਹੋ ਜਾਣਾ ਸੀ, ਉਦੋਂ ਪਹਿਲਾਂ। ਪਰ ਕਿਉਂਕਿ ਦਿੱਲੀ ਦੀ ਅੰਦਰੂਨੀ ਸਰਕਾਰ, ਕੇਜਰੀਵਾਲ ਦੀ ਸਰਕਾਰ, ਇਹਨਾਂ ਨੇ ਰਾਜਨੀਤਿਕ ਤੌਰ ਤੇ ਕਿਸਾਨਾਂ ਦਾ ਹੱਥ ਨਹੀਂ ਫੜਿਆ, ਸਵਾਏ ਇਸ ਮੁੱਦਿਆਂ ਤੇ ਰਾਜਨੀਤੀ ਕਰ ਤੋਂ, ਜਿਹੜੀ ਕਿ ਹੁਣ ਵੀ ਕਰ ਰਹੇ, ਚਿੱਠੀਆਂ ਲਿਖ ਕੇ ਰਾਜਨੀਤੀ ਕਰ ਰਹੇ ਆ। ਕੋਈ ਇਹਦਾ ਮਤਲਬ ਨਹੀਂ ਹੈਗਾ।
ਉਹਦੇ ਤੇ ਦੱਸਣਾ ਚਾਹੁੰਦੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਹਾਂ, ਇਸ ਲਈ ਉਹਦਾ ਕੋਈ ਬਹੁਤਾ ਮੈਨੂੰ ਅਰਥ ਲੱਗਦਾ ਨਹੀਂ ਹੈਗਾ। ਦੂਸਰੀ ਗੱਲ, ਜੀ ਐਮਐਸਪੀ ਦਾ ਜਿੱਥੋਂ ਤੱਕ ਹੈਗਾ, ਉਹ ਕਹਿੰਦੇ ਜੀ ਐਮਐਸਪੀ ਤੇ ਪਹਿਲਾਂ ਰੌਲਾ ਤੁਹਾਨੂੰ ਪਤਾ ਪਿਛਲੀ ਵਾਰੀ ਵੀ ਹਰ ਮਿਨਿਸਟਰ ਕਹਿੰਦਾ ਸੀਗਾ, ਅਮਿਤ ਸ਼ਾਹ ਵੀ ਕਹਿੰਦਾ ਐਮਐਸਪੀ ਤੋਂ ਮਿਲੇਗੀ। ਕੌਣ ਕਹਿ ਰਿਹਾ ਐਮਐਸਪੀ ਬੰਦ ਹੋ ਰਹੀ ਹੈ? ਐਮਐਸਪੀ ਮਿਲੇਗੀ, ਐਮਐਸਪੀ ਅਨਾਉਂਸ ਮਿਲੇਗੀ ਦਾ ਮਤਲਬ ਵੀ ਐਮਐਸਪੀ ਦੀ ਲਿਸਟ ਦੇ ਵਿੱਚ ਹਰ ਸਾਲ ਅਸੀਂ ਲਿਸਟ ਜਾਰੀ ਕਰਾਂਗੇ, ਪਰ ਇਸ ਗੱਲ ਦੀ ਗਰੰਟੀ ਨਹੀਂ ਕਿ ਉਸ ਲਿਸਟ ਤੇ ਅਸੀਂ ਉਹ ਸਾਰੀਆਂ ਕਿਸਾਨਾਂ ਦੀਆਂ ਜਿੰਸਾਂ ਨੂੰ ਖਰੀਦਾਂਗੇ। ਕਿਸਾਨ ਇਹ ਕਹਿ ਰਹੇ ਆ ਕਿ ਸਾਨੂੰ ਲਿਸਟ ਨਹੀਂ ਚਾਹੀਦੀ ਕਿ ਇਸ ਵਾਰੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਕਣਕ ਦੀ, ਝੋਨੇ ਦੀ, ਕਪਾਹ ਦੀ ਕੀ ਹੈਗੀ ਆ। ਸਾਨੂੰ ਗਰੰਟੀ ਚਾਹੀਦੀ ਆ ਕਿ ਸਾਡਾ ਸਾਰੀ ਪੈਦਾਵਾਰ ਤੁਸੀਂ ਦਾਣਾ ਦਾਣਾ ਜਾਂ ਕਪਾਹ ਦੀ ਫੁੱਟੀ ਸਾਰੀ ਤੁਸੀਂ ਖਰੀਦ ਕੇ ਲੈ ਕੇ ਜਾਓਗੇ। ਉਹ ਗੱਲ ਸਰਕਾਰ ਕਹਿੰਦੀ ਹੈ। ਇਹ ਤਾਂ ਹੁਣੇ ਹੀ ਤੋਮਰ ਸਾਹਿਬ ਨੇ ਕਹਿਤਾ, ਐਗਰੀਕਲਚਰ ਮਿਨਿਸਟਰ ਨੇ ਨਰਿੰਦਰ ਤੋਮਰ, ਨਾ ਭਾਈ ਇਹ ਨਹੀਂ ਸਾਡੀ ਕੋਈ ਗਰੰਟੀ, ਜਿੰਨਾ ਅਸੀਂ ਖਰੀਦ ਸਕਾਂਗੇ ਖਰੀਦਾਂਗੇ, ਜਿੰਨੀ ਲੋੜ ਆ ਖਰੀਦਾਂਗੇ, ਬਾਕੀ ਤੁਸੀਂ ਮਾਰਕੀਟ 'ਚ ਲੈ ਜਾਓ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਤੇ ਇਸ ਕਰਕੇ ਇਹ ਜਿਹੜੀ ਬਣੀ ਹੋਈ ਹੈ ਨਵੀਂ ਕਮੇਟੀ ਬਣੀ ਹੈ, ਉਹ ਤੇ ਪਤਾ ਨਹੀਂ ਉਹਦਾ ਕੀ ਅਰਥ ਨਿਕਲਣਾ ਕੀ ਨਹੀਂ। ਰਮੇਸ਼ ਚੰਦ ਹੁਣੀ ਉਹਦੇ ਮੈਂਬਰ ਆ ਜਿਹੜੇ ਕਾਨੂੰਨ ਲੈ ਕੇ ਆਏ ਸੀਗੇ, ਹੋਰ ਸਾਰੇ ਬੰਦੇ ਉਹ ਮੈਂਬਰ ਆ। ਅਗਰਵਾਲ ਜਿਹੜੇ ਉਦੋਂ ਕਾਨੂੰਨਾਂ ਦੇ ਹੱਕ ਵਿੱਚ ਸੀਗੇ, ਐਗਰੀਕਲਚਰ ਕਾਨੂੰਨਾਂ ਦੇ, ਉਹ ਕਮੇਟੀ ਦੇ ਚੇਅਰਮੈਨ ਆ। ਉਹਦੇ ਚ ਉਸ ਪਟਾਰੀ ਚੋਂ ਕਿਹੜਾ ਸੱਪ ਨਿਕਲਣਾ, ਜਿੰਨੀ ਮਰਜ਼ੀ ਬੀਨ ਬਜਾਈ ਜੋ, ਹੈ ਨਹੀਂ, ਖਾਲੀ ਆ ਪਟਾਰੀ, ਉਹਦੇ ਚ ਕੱਖ ਨਹੀਂ, ਕਿਸੇ ਦਾ ਨਹੀਂ ਕੁਝ ਬਹੁਤਾ ਬਣਨਾ। ਉਹ ਤੇ ਐਵੇਂ ਬੀਨ ਵਜਾਉਣ ਵਾਲੀ ਗੱਲ ਆ, ਬਾਕੀ ਲੋਕਾਂ ਦਾ ਟਾਈਮ ਵੇਸਟ ਕਰਨਾ। ਪਰ ਇਹ ਹੈ ਕਿ ਕਿਸਾਨਾਂ ਦਾ ਸੁਖਵਿੰਦਰ ਇਹ ਜ਼ਰੂਰ ਆ ਕਿ ਇਧਰ ਮਹਾਜ਼ ਤਕੜਾ ਹੋਣਾ ਚਾਹੀਦਾ, ਜਿਹੜਾ ਮੈਨੂੰ ਤਕੜਾ ਹੁੰਦਾ ਲੱਗਦਾ। ਅੱਜ ਕਹਿੰਦੇ ਕਿ 31 ਜਥੇਬੰਦੀਆਂ ਢਾਲੀਵਾਲ ਨੂੰ ਮਿਲੀਆਂ ਆ। ਮੈਂ ਪ੍ਰੋਫੈਸਰ ਸਾਹਿਬ ਇਸੇ ਸਵਾਲ ਤੇ ਆਉਣਾ ਸੀਗਾ, ਕਿਉਂਕਿ ਇਹਦੇ ਇਰਦ ਗਿਰਦ ਬੜੇ ਸਵਾਲ ਨੇ। ਮੈਨੂੰ ਸਵਾਲ ਕਰ ਲੈਣ ਦਿਓ ਕਿ ਧਾਲੀਵਾਲ ਸਾਹਿਬ ਨੂੰ, ਜਿਹੜੇ ਪੰਜਾਬ ਦੇ ਮੰਤਰੀ ਨੇ, ਪੰਚਾਇਤ ਮੰਤਰੀ, ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਕਿਸਾਨਾਂ ਦੀ। ਕਿਸਾਨਾਂ ਨੇ ਆਪਣੇ ਆਪਣੇ ਮੁੱਦੇ ਰੱਖ ਦਿਓ, ਤੁਸੀਂ ਦੱਸ ਦਿਓ ਕਿ ਉਹਨਾਂ ਨੇ 50 ਤੋਂ ਉੱਤੇ ਨੇ, ਤੇ ਉਹਨਾਂ ਨੇ ਕਿਹਾ ਕਿ 10-10 ਕਰਕੇ ਹੱਲ ਕਰਾਂਗੇ, ਹਰ ਮਹੀਨੇ ਮੀਟਿੰਗ ਹੋਏਗੀ। ਪਰ ਮੇਰੇ ਧਿਆਨ ਵਿੱਚ ਆਉਂਦਾ ਹੈ ਕਿ ਜਿੱਦਣ ਦੀ ਇਹ ਸਰਕਾਰ ਵੀ ਬਣੀ ਆ, ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸੇ ਢੰਗ ਨਾਲ ਚੱਲ ਰਹੀਆਂ। 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੋਟਿਡ ਨੇ। 32 ਕਿਸਾਨ ਜਥੇਬੰਦੀਆਂ 'ਚ ਇੱਕ ਜਥੇਬੰਦੀ ਵੀ ਲਾਓ, ਕਿਸੇ ਨਾਲ ਹਜ਼ਾਰਾਂ ਜੁੜੇ ਨੇ, ਉਗਰਾਹਾਂ ਵਰਗਿਆਂ ਨਾਲ ਲੱਖਾਂ ਜੁੜੇ ਨੇ। ਇਹਨਾਂ ਨਾ ਤਾਂ ਕਿਸਾਨ ਆਗੂ ਜਾ ਕੇ ਕਿਸਾਨਾਂ 'ਚੋਂ ਭਰੋਸਾ ਬਣਾ ਸਕੇ ਕਿ ਭਾਈ ਤੁਸੀਂ ਖੁਦਕੁਸ਼ੀ ਨਾ ਕਰੋ, ਆਪਾਂ ਮਸਲੇ ਦਾ ਹੱਲ ਕਰਾਂਗੇ। ਮਜ਼ਦੂਰਾਂ ਦੇ ਵਿੱਚ ਵੀ ਨਹੀਂ ਬਣਾ ਸਕੇ, ਮਜ਼ਦੂਰਾਂ ਦੀ ਗੱਲ ਵੀ ਹੋਣੀ ਚਾਹੀਦੀ ਆ। ਤੇ ਹੁਣ ਸਰਕਾਰਾਂ ਨਾਲ ਮੀਟਿੰਗਾਂ ਹੋ ਜਾਂਦੀਆਂ, ਏਦਾਂ ਲੱਗਦਾ ਕਿ ਜਿਵੇਂ ਇਹ ਇੱਕ ਸਿਆਸੀ ਪ੍ਰੋਪੇਗੰਡਾ ਚੱਲਦਾ ਕਿ ਮੀਟਿੰਗਾਂ ਕਰ ਆਏ, ਮਸਲੇ ਦੱਸ ਆਏ, ਉਹਨਾਂ ਨੇ ਹੱਲ ਕਰ ਦੇਣੇ ਨੇ, ਨਹੀਂ ਕਰਨਗੇ ਤੇ ਧਰਨੇ ਲਾ ਦਿਓ। ਪਰ ਜਿਹੜੀਆਂ ਖੁਦਕੁਸ਼ੀਆਂ ਨੇ ਉਹਨਾਂ ਨੂੰ ਕੌਣ ਰੋਕੂਗਾ? ਸੁਖਵਿੰਦਰ, ਤੁਹਾਡਾ ਕੀ ਖਿਆਲ ਹੈ ਕਿ ਜਿਹੜੀ ਪਿੱਛੇ ਐਡੀ ਵੱਡੀ ਲਹਿਰ ਚੱਲੀ ਆ, ਐਡਾ ਵੱਡਾ ਇਤਿਹਾਸਕ ਅੰਦੋਲਨ ਚੱਲਿਆ, ਉਹ ਸਿਰਫ ਤੇ ਸਿਰਫ ਕਿਸਾਨ ਲੀਡਰਾਂ ਦੀ ਵਿਜ਼ਡਮ ਤੇ ਹੀ ਚੱਲਿਆ ਸੀ ਨਾ? ਉਹਦੇ ਵਿੱਚ ਉਹ ਸਾਰੇ ਲੋਕਾਂ ਦਾ ਗੁੱਸਾ, ਉਹ ਸਾਰੇ ਲੋਕਾਂ ਦੀ ਇੱਕ ਬੇਭਰੋਸਗੀ ਸਰਕਾਰਾਂ ਤੋਂ, ਰਾਜਨੀਤੀ ਤੋਂ, ਜਿਹੜੇ ਕਹਿੰਦੇ ਸੀ ਵੀ ਲੜੋ ਐਤਕੀ ਹੰਨੇ ਬੰਨੇ ਦੀ ਲੜਾਈ, ਛੱਡਣੇ ਨਹੀਂ ਹੈਗੇ। ਉਹ ਫਿਰ ਬਾਅਦ ਚ ਵੋਟਾਂ ਚ ਵੀ ਤੁਹਾਨੂੰ ਦੇਖਿਆ, ਤਾਂ ਇਹ 92 ਸੀਟਾਂ ਆਈਆਂ। ਇਹਨਾਂ ਨੇ ਕਿਹੜੇ ਕਿਤੇ ਇੱਥੇ ਆ ਕੇ ਇੰਨਾ ਕੰਮ ਕੀਤਾ ਹੋਇਆ ਸੀ? ਆਮ ਆਦਮੀ ਪਾਰਟੀ ਦਾ ਕਿਹੜਾ ਐਡਾ ਵੱਡਾ ਕੰਮ ਸੀ? ਕੁਝ ਵੀ ਕੰਮ ਨਹੀਂ ਸੀਗਾ। ਉਹ ਲੋਕਾਂ ਨੇ ਆਪ ਹੀ ਹੱਲਾ ਬੋਲ ਚੋਂ ਇੰਜ ਇੱਕ ਪਾਸਾ ਪਲਟਾਉਣਾ ਸੀ, ਪਲਟਾਤਾ। ਲੀਡਰ ਜਿਹੜੇ ਆ, ਜਿਹੜੀ ਤੁਸੀਂ ਸਵਾਲ ਤੇ ਸ਼ੰਕੇ ਖੜੇ ਕਰਦੇ ਆ, ਉਹ ਕਿਸੇ ਹੱਦ ਤੱਕ ਉਹਦੇ ਚ ਕੋਈ ਦਮਖਮ ਹੈਗਾ। ਉਦੋਂ ਵੀ ਲੀਡਰ ਇਸ ਗੱਲ ਲਈ ਤਿਆਰ ਥੋੜੀ ਸੀ ਵੀ ਦਿੱਲੀ ਜਾਣਾ। ਕਿਸਾਨ ਲੀਡਰਾਂ ਦਾ, ਉਹਨਾਂ ਦੀ ਉਹ ਗੱਲ ਲਈ ਇੱਕ ਉਹਦੇ ਚ ਵੀ ਇੱਕ ਤਰਕ ਸੀਗਾ ਵੀ ਅਸੀਂ ਕਨਫਰੰਟੇਸ਼ਨ, ਗੋਲੀ ਬਰੂਦ ਮਾਰ ਕਿਸਾਨ ਨਹੀਂ ਮਰਵਾਉਣੇ, ਅਸੀਂ ਇੱਕ ਸ਼ਾਂਤਮਈ ਸੰਘਰਸ਼ ਕਰਨਾ। ਜਿੱਥੇ ਸਰਕਾਰ ਸਾਨੂੰ ਰੋਕੂਗੀ ਅਸੀਂ ਰੁਕ ਜਾਣਾ, ਉੱਥੇ ਹੀ ਬੈਠ ਕੇ ਲੰਗਰ ਲਾਵਾਂਗੇ, ਢੋਲੇ ਗਾਵਾਂਗੇ, ਆਪਣੇ ਢੱਡ ਵਾਲੇ ਢਾਡੀ ਆਪਣੀਆਂ ਵਾਰਾਂ ਗਾਉਣਗੇ, ਤੇ ਅਸੀਂ ਆਪਣਾ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ। ਉਹ ਹੋਇਆ ਇੰਜ ਕਿ ਪਿੱਛੋਂ ਧੱਕਾ ਹੀ ਇੰਨਾ ਸੀ, ਜਿਵੇਂ ਹੜ ਆ ਜਾਂਦਾ ਲੋਕਾਂ ਦਾ, ਕਿ ਉਹ ਚੱਕ ਕੇ ਉਹਦੇ ਦਿੱਲੀ ਵੀ ਪਤਾ ਨਹੀਂ ਪਾਰ ਕਰਕੇ ਆਗਰੇ ਪਹੁੰਚ ਜਾਂਦੇ। ਉਹਦੇ ਕੁਦਰਤੀ ਰੋਕਿਆ, ਉਹਦੇ ਚ ਸਾਨੂੰ ਵੀ ਲੱਗੀਆਂ ਚਾਰ ਵੀ ਕਿਤੇ ਜ਼ਿਆਦਾ ਨਾ ਹੋ ਜਾਏ, ਹੈ ਨਾ। ਅਥਰੂ ਗੈਸ, ਮੇਰੀ ਪੱਗ ਸੜੀ ਮੇਰੇ ਕੋਲ ਪਈ ਹੋਈ ਹੈ, ਜਿਹੜਾ ਮੇਰੇ ਤੇ ਗੋਲਾ ਚੱਲਿਆ ਸੀਗਾ ਉਦੋਂ। ਤੇ ਇਹ ਸਾਰਾ ਹੋਇਆ ਉੱਥੇ ਆਪਣੇ ਸਾਡੇ ਸਾਹਮਣੇ ਹੀ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਉਹ ਹਾਲਾਤ ਸੁਖਵਿੰਦਰ ਫਿਰ ਪੈਦਾ ਹੋ ਜਾਣੇ, ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਹੋ ਕਿ ਆਤਮ ਹੱਤਿਆ ਹੋ ਰਹੀਆਂ ਆ, ਨੌਜਵਾਨਾਂ ਦੇ ਨਸ਼ਿਆਂ ਨਾਲ
ਰੋਜ਼ ਮੌਤਾਂ ਹੋ ਰਹੀਆਂ ਆ, ਗੈਂਗਸਟਰ ਇੱਧਰ ਉੱਧਰ ਦੰਦ ਦਨਾਉਂਦੇ ਫਿਰਦੇ ਆ, ਗੈਂਗਸਟਰਾਂ ਦਾ ਰੋਬ ਦਾਬ ਤੇ ਰੁਤਬਾ ਆਏ ਦਿਨ ਵੱਧਦਾ ਜਾ ਰਿਹਾ, ਰੁਤਬਾ ਵੱਧਦਾ ਜਾ ਰਿਹਾ, ਜਿਵੇਂ ਪੁਲਿਸ ਉਹਨਾਂ ਦੇ ਅੱਗੇ ਪਿੱਛੇ ਕਰ ਰਹੀ ਹੈ, ਫਿਰ ਰਹੀ ਹੈ, ਇਹ ਸਾਰਾ ਤੁਹਾਡੇ ਸਾਹਮਣੇ ਦਿਖ ਰਿਹਾ। ਔਰ ਜਿਹੜੀਆਂ ਫੰਡਾਮੈਂਟਲ ਪ੍ਰੋਬਲਮਾਂ ਆ ਲੋਕਾਂ ਨੂੰ ਦਫ਼ਤਰਾਂ 'ਚ ਜਾਂ ਹੋਰ ਕੰਮਾਂ 'ਚ ਰਾਹਤ ਮਿਲਣੀ, ਉਹ ਕਿੱਥੇ ਹੈ ਰਾਹਤ? ਜਾਣੀ ਇਹਨਾਂ ਨੇ ਕਿਹਾ ਸੀ ਕੰਪਲੇਂਟ ਲਿਖ ਕੇ ਦਿਓ, ਰੋਜ਼ ਦੀਆਂ 2500 ਕੰਪਲੇਂਟਾਂ ਕਰਪਸ਼ਨ ਦੀਆਂ ਹੈਗੀਆਂ, ਕਰ ਲਓ ਫੈਸਲੇ। ਉਹ ਪਤਾ ਨਹੀਂ ਇੱਕ ਮਹੀਨੇ 'ਚ 76,000 ਕੇ ਕਿੰਨੀਆਂ ਕੰਪਲੇਂਟਾਂ ਇਕੱਠੀਆਂ ਹੋ ਜਾਂਦੀਆਂ, ਤੇ ਤੁਸੀਂ 4 ਮਹੀਨੇ ਦੀਆਂ ਲਾ ਲਓ, ਕਈ ਲੱਖ ਕੰਪਲੇਂਟਾਂ ਇਹਨਾਂ ਕੋਲ ਇਕੱਠੀਆਂ ਕਰ ਲਓ। ਉਹ ਤੇ ਸਾਰੇ 92 ਦੇ 92 ਵੀ ਦਿਨ ਰਾਤ 24 ਘੰਟੇ ਕੰਮ ਕਰਨ, ਨਾਲ ਹੋਰ ਬੰਦੇ ਲੈ ਕੇ, ਤਾਂ ਵੀ ਕੰਪਲੇਂਟਾਂ ਦਾ, ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ, ਉਹਨਾਂ ਦਾ ਨਿਵਾਰਨ ਨਹੀਂ ਹੋ ਸਕਦਾ। ਸਿਸਟਮ ਨੂੰ ਸੁਧਾਰਨਾ ਬੜਾ ਔਖਾ, ਪਰੇਸ਼ਾਨੀਆਂ ਬਹੁਤ ਹੈਗੀਆਂ, ਸਿਸਟਮ ਵਿਗੜਿਆ ਬਹੁਤ ਆ। ਔਰ ਇਸ ਕਰਕੇ ਜਿਹੜਾ ਕਿਸਾਨਾਂ ਵਾਲਾ ਤੁਸੀਂ ਮਾਮਲਾ ਖੜਾ ਕੀਤਾ, ਉਹ ਜਦੋਂ ਇੰਨੀ ਪਿੱਛੇ ਵਿਗਾੜ ਪਏ, ਜਿਸ ਤਰੀਕੇ ਨਾਲ ਪਹਿਲਾਂ ਕਿਸਾਨ ਅੰਦੋਲਨ ਵੇਲੇ, ਅੱਜ ਤੋਂ 1.5-2 ਸਾਲ ਪਹਿਲਾਂ ਜਿਹੜਾ ਸ਼ੁਰੂ ਹੋਇਆ ਸੀ, ਜਦੋਂ ਉਸੇ ਤਰੀਕੇ ਨਾਲ ਹੁਣ ਫੇਰ ਲੋਕੀ ਵੇਟ ਕਰਨਗੇ 2 ਮਹੀਨੇ, 4 ਮਹੀਨੇ, 6 ਮਹੀਨੇ। ਤੇ ਜਦੋਂ ਦੇਖਿਆ ਵੀ ਇਹ ਤੇ ਘੇਸਲ ਜੀ ਮਾਰੀ ਜਾਂਦੇ ਆ, ਪੋਸਟਰ ਜ਼ਿਆਦਾ ਲਵਾਉਂਦੇ ਆ, ਅਖਬਾਰਾਂ 'ਚ ਇਸ਼ਤਿਹਾਰ ਵੱਡੇ ਦਿੰਦੇ ਆ, ਧਰਾਤਲ ਤੇ ਕੁਝ ਮਿਲਦਾ ਨਹੀਂ, ਹੱਲਾ ਬੋਲ ਫਿਰ ਸ਼ੁਰੂ ਹੋ ਜਾਣਗੇ। ਇਸ ਲਈ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੱਲੀ ਬਾਤੀ ਢਿੱਡ ਭਰਨਾ, ਉਹ ਨਹੀਂ ਹੁਣ ਉਹਨਾਂ ਨੂੰ ਮਨਜ਼ੂਰ। ਇੰਨੀ ਕੁ ਉਹਨਾਂ 'ਚ ਸ਼ਕਤੀ ਵੀ ਹੈਗੀ ਆ, ਲੜਨ ਦਾ ਉਹਨਾਂ ਨੂੰ ਸ਼ੌਕ ਵੀ ਹੈਗਾ, ਔਰ ਇੰਨੀ ਕੁ ਉਹਨਾਂ ਨੂੰ ਰਾਜਨੀਤਿਕ ਸੂਝ-ਬੂਝ ਵੀ ਆ ਚੁੱਕੀ ਹੈ ਕਿ ਉਹ ਇਹ ਜਿਹੜੇ ਗੂੰਗੇ ਤੇ ਬਹਿਰੇ ਬੰਦੇ ਹੋ ਜਾਂਦੇ ਆ, ਘੇਸਲ ਮਾਰ ਕੇ ਬਹਿ ਜਾਂਦੇ ਰਾਜਨੀਤਿਕ ਲੋਕ, ਉਹਨਾਂ ਨੂੰ ਐਂ ਹਲੂਣਾ ਦੇ ਕੇ ਜਗਾ ਸਕਦੇ ਆ ਤੇ ਸਿੱਧੇ ਵੀ ਕਰ ਸਕਦੇ ਆ। ਇਹ ਉਦੋਂ ਹੀ, ਭਾਵੇਂ ਉਹ ਕਿਸਾਨ ਜਥੇਬੰਦੀਆਂ, ਭਾਵੇਂ ਟ੍ਰੇਡ ਯੂਨੀਅਨਾਂ, ਭਾਵੇਂ ਟੀਚਰਾਂ ਦੀਆਂ ਯੂਨੀਅਨਾਂ, ਉਹ ਫਿਰ ਇੱਕਦਮ ਇੱਕ ਵੱਡਾ ਮਹਾਜ ਬਣਾ ਕੇ ਜ਼ਰੂਰ ਅੱਗੇ ਆਉਣਗੇ। ਥੋੜਾ ਜਿਹਾ ਜੇ ਤੁਸੀਂ ਲੋਕ ਇੰਤਜ਼ਾਰ ਕਰ ਰਹੇ ਆ ਵੀ ਇੰਜ ਨਾ ਹੋਵੇ ਕਿ ਕੋਈ ਗਊ ਹੱਤਿਆ ਹੋ ਜਾਏ, ਇੰਜ ਨਾ ਹੋਵੇ, ਸਮਝ ਗਏ? ਗਊ ਹੱਤਿਆ ਦਾ ਮਤਲਬ ਕੋਈ ਨਜਾਇਜ਼ ਨਾ ਗੱਲ ਹੋ ਜਾਏ ਸਾਡੇ ਕੋਲੋਂ, ਕੋਈ ਸ਼ਰੀਫ ਬੰਦਾ ਨਾ ਸਾਡੇ ਐਵੇਂ ਜਾੜਾਂ ਥੱਲੇ ਆ ਜਾਏ। ਉਹ ਇਹਨਾਂ ਸਾਰਿਆਂ ਨੂੰ ਮੌਕਾ ਦੇ ਰਹੇ ਆ, ਤੇ ਅਜੇ ਹੋਰ 2-4 ਮਹੀਨੇ ਦੇਖਣਗੇ ਲੋਕ, ਉਦੋਂ ਬਾਅਦ ਫਿਰ ਰਾਜਨੀਤਿਕ ਤਾਪਮਾਨ ਵਾਧਾ ਵਧੂਗਾ। ਪ੍ਰੋਫੈਸਰ ਸਾਹਿਬ, ਆਪਣੇ ਕੋਲੇ ਸਮਾਂ ਸਿਰਫ 5 ਮਿੰਟ ਹੈ। ਮੇਰਾ ਆਖਰੀ ਸਵਾਲ ਇਹ ਹੈ ਕਿ ਆਪਾਂ ਸੁਣ ਰਹੇ ਸੀ ਕਿ ਜਿਨ੍ਹਾਂ ਦਾ ਐਨਕਾਊਂਟਰ ਕੀਤਾ ਨੌਜਵਾਨਾਂ ਦਾ, ਉਹਨਾਂ ਦੇ ਮਾਪੇ ਭਾਵੇਂ ਕਹਿੰਦੇ ਨੇ ਕਿ ਮਾਰ ਦਿਓ ਸਾਡੇ ਬੱਚਿਆਂ ਨੂੰ, ਕੋਈ ਸਾਨੂੰ ਉਹ ਨਹੀਂ, ਕਿਉਂਕਿ ਕਾਂਡ ਹੀ ਐਡਾ ਵੱਡਾ ਕੀਤਾ, ਪਰ ਨਾਲੋਂ ਨਾਲ ਉਹਨਾਂ ਦਾ ਇੱਕ ਰੋਸ ਵੀ ਹੈ ਕਿ ਅਸੀਂ ਕਿਹੜਾ ਗੈਂਗਸਟਰ ਜੰਮੇ ਸੀ, ਅਸੀਂ ਤਾਂ ਪੁੱਤ ਜੰਮੇ ਸੀਗੇ, ਜੇਲ੍ਹਾਂ 'ਚ ਚਲੇ ਗਏ ਤੇ ਉਦੋਂ ਬਾਅਦ ਗੈਂਗਸਟਰ ਬਣ ਕੇ ਨਿਕਲ ਆਏ, ਤੇ ਅਸੀਂ ਇਹ 'ਚ ਕੀ ਕਰ ਸਕਦੇ ਹਾਂ। ਨਾਲੋਂ ਨਾਲ ਗੱਲ ਇਹ ਹੈ, ਕਿਉਂਕਿ ਇਹ ਗੱਲ ਸਾਰੀ ਪੁਲਿਸ ਤੰਤਰ ਦੇ ਨਾਲ ਜੁੜਦੀ ਹੈ ਕਿ ਅੰਦਰ ਕੀ ਚੱਲਦਾ, ਬਾਹਰ ਕੀ ਚੱਲਦਾ, ਉਹ ਵੀ ਸਭ ਦੇ ਸਾਹਮਣੇ, ਅੰਦਰ ਬਾਹਰ ਦੋਨੋਂ ਪਾਸੇ ਚੱਲਦਾ, ਜੇਲ੍ਹਾਂ 'ਚ ਵੀ ਤੇ ਬਾਹਰ ਵੀ। ਲੋਕ ਆਪ ਧੱਕੇ ਨਾਲ ਛਿੱਤਰ ਮਾਰ ਕੇ ਨਸ਼ਾ ਤਸਕਰਾਂ ਨੂੰ ਫੜ ਰਹੇ ਨੇ, ਉਹਨਾਂ ਤੇ ਐਕਸ਼ਨ ਲੈ ਰਹੇ ਨੇ, ਪਰ ਪੁਲਿਸ ਜਿਹੜੀ ਹੈ ਉਹ ਹੱਥ ਤੇ ਹੱਥ ਧਰੀ ਬੈਠੀ ਹੈ। ਆ ਤੁਸੀਂ ਕੱਲ ਆਪਾਂ ਸ਼ਾਇਦ ਉਸ ਖਬਰ ਦਾ ਜ਼ਿਕਰ ਨਹੀਂ ਹੋਇਆ, ਫਰੀਦਕੋਟ ਦੇ ਵਿੱਚ ਐਸਐਸਪੀ ਦੇ ਉੱਤੇ ਕਾਰਵਾਈ ਕਰਾਤੀ, ਕਹਿੰਦੇ ਵਿਧਾਇਕ ਸਾਹਿਬ ਕਹਿੰਦੇ ਕਿ ਕਰੋ ਤਬਾਦਲਾ ਇਹਨਾਂ ਦਾ, ਇਹ ਨਸ਼ਿਆਂ ਨੂੰ ਲੈ ਕੇ ਕੋਈ ਕੰਮ ਨਹੀਂ ਕਰਦੇ। ਦੇਖੋ, ਹੱਥ ਤੇ ਨਹੀਂ ਪੁਲਿਸ ਨੇ ਰੱਖਿਆ ਹੋਇਆ, ਉਹ ਆਪਣਾ ਕਿਤੇ ਨਾ ਕਿਤੇ ਹੱਥ ਪੈਰ ਮਾਰਦੇ ਰਹਿੰਦੇ ਆ। ਉਹ ਆਪਣੇ ਆਪ ਲਈ ਮਾਰਦੇ ਆ, ਆਪਣੇ ਪਰਿਵਾਰ ਲਈ ਮਾਰਦੇ ਆ, ਸਰਕਾਰ ਲਈ ਮਾਰਦੇ ਆ, ਕਿ ਲੋਕਾਂ ਲਈ ਮਾਰਦੇ ਆ, ਉਹ ਸਾਰਿਆਂ ਦਾ ਅਲੱਗ-ਅਲੱਗ ਇੱਕ ਤਰੀਕਾ ਹੈਗਾ। ਉਹ ਹੱਥ ਨਹੀਂ ਰੱਖੇ ਹੋਏ, ਕੰਮ ਕੁਝ ਨਾ ਕੁਝ ਕਰਦੇ ਆ, ਇੱਕ ਨੰਬਰੀ ਕਰਨ, ਆਪਣੇ ਕਾਨੂੰਨਨ ਕੰਮ ਕਰਨ ਜਾਂ ਗੈਰ ਕਾਨੂੰਨਨ ਕਰਨ। ਇਹ ਗੱਲ ਜਿਹੜੀ ਤੁਸੀਂ ਕਿਹਾ ਨਾ ਕਿ ਵਿਗਾੜ ਨੌਜਵਾਨ, ਕਿ ਅਸੀਂ ਤੇ ਪੁੱਤ, ਮੈਂ ਕੱਲ ਇੱਕ ਚੈਨਲ ਤੇ ਬਿਲਕੁਲ ਇਹਨਾਂ ਸ਼ਬਦਾਂ 'ਚ ਹੀ ਗੱਲ ਕਹਿ ਰਿਹਾ ਸੀ ਕਿ ਮਾਵਾਂ ਕਿਤੇ ਢਿੱਡ 'ਚੋਂ ਥੋੜੀ ਗੁੰਡੇ ਪੈਦਾ ਕਰਦੀਆਂ, ਉਹ ਤੇ ਸਮਾਜ ਦੇ ਅੰਦਰ ਜਿਵੇਂ ਉਹਨਾਂ ਨੂੰ ਮਾਹੌਲ ਮਿਲਦਾ, ਜਦੋਂ ਰੁਜ਼ਗਾਰ ਨਹੀਂ ਮਿਲਦਾ, ਕੋਈ ਚੰਗੀ ਕੰਪਨੀ ਬੱਚਿਆਂ ਨੂੰ ਨਹੀਂ ਮਿਲਦੀ, ਬਚਪਨ 'ਚ ਹੀ ਨਸ਼ੇੜੀਆਂ ਦੇ ਨਾਲ ਕਈ ਵਾਰੀ ਕੰਟੈਕਟ ਹੋ ਜਾਂਦਾ ਤੇ ਵਿਗਾੜ ਪੈ ਜਾਂਦਾ। ਮਾਂ-ਬਾਪ ਦਾ ਜਿੰਨਾ ਦਿਲ ਦੁਖੀ ਹੁੰਦਾ, ਜਿੰਨਾ ਉਹਨਾਂ ਦਾ ਹਿਰਦਾ ਪਾਟਦਾ, ਦਿਲ ਪਾਟਦਾ, ਇਹ ਛੋਟੀ ਗੱਲ ਨਹੀਂ ਹੈਗੀ। ਜਿਨ੍ਹਾਂ ਨੇ ਕੁੱਖੋਂ ਪੈਦਾ ਕੀਤੇ ਹੁੰਦੇ ਆ, ਉਹਨਾਂ ਲਈ ਬਹੁਤ ਹੀ ਇਹ ਦਰਦਨਾਕ ਆ, ਇਸ ਢੰਗ ਨਾਲ ਆਪਣੇ ਬੱਚਿਆਂ ਦਾ ਹੱਥੋਂ ਚਲੇ ਜਾਣ। ਉਹ ਸਮਾਜ ਤੋਂ ਵੀ ਬੁਰੇ, ਉਹ ਆਪਣੇ ਪੁੱਤ ਵੀ ਖੋ ਜਾਂਦੇ ਆ, ਉਹਨਾਂ ਦਾ ਕੋਈ ਜਾਣੀ ਨੇੜੇ ਵੀ ਨਹੀਂ ਲੱਗਦਾ, ਕੋਈ ਉਹਨਾਂ ਦਾ ਹਿਤੈਸ਼ੀ ਨਹੀਂ ਹੈ। ਇਸੇ ਕਰਕੇ ਤੇ ਮੈਂ ਕਹਿੰਦਾ ਕਿ ਤੁਸੀਂ ਜਿਹੜਾ ਲਿਖਿਆ ਨਾ, ਜੇਲ੍ਹਾਂ ਦੇ ਬਾਹਰ ਸੁਧਾਰ ਘਰ, ਉਹਦੇ ਬਾਹਰ ਲਿਖੋ ਵਿਗਾੜ ਘਰ। ਹਰ ਵਿਗਾੜ ਅੰਦਰੋਂ ਪੈਦਾ ਹੁੰਦਾ, ਹਰ ਪਲੈਨਾਂ ਅੰਦਰ ਬੈਠੀਆਂ ਹੋਈਆਂ। ਬਿਸ਼ਨੋਈ ਦਾ ਇੱਕ ਕਲੀਅਰ ਕੱਟ, ਅੱਜ ਇੱਕ
ਹੁਣੇ ਟੈਲੀਫੋਨ ਦੀ ਕਨਵਰਜੇਸ਼ਨ ਆ ਰਹੀ ਆ ਕਿ ਕਿਵੇਂ ਅੰਦਰ ਵਧਾਈਆਂ ਬਿਸ਼ਨੋਈ ਨੂੰ ਗਈਆਂ ਬਾਹਰੋਂ ਜਦੋਂ ਮੂਸੇਵਾਲ ਨੂੰ ਮਾਰਿਆ। ਇਹਦਾ ਮਤਲਬ ਪਲੈਨਿੰਗ ਵੀ ਅੰਦਰੋਂ ਕਾਫੀ ਸੀ, ਭਾਵੇਂ ਉਹ ਬਾਹਰ ਬੈਠੇ ਲੋਕ ਵੀ ਪਲੈਨਿੰਗ 'ਚ ਹਿੱਸਾ ਲੈ ਰਹੇ ਆ। ਇਸ ਲਈ ਜਿਹੜੇ ਬੰਦੇ ਜਾਂਦੇ ਆ ਅੰਦਰ, ਸੱਚੀ ਗੱਲ ਆ ਕਿ ਜਿਹੜੇ ਮੁੰਡੇ ਖੁੰਡੇ ਜਾਂਦੇ ਆ, ਪੁਲਿਸ ਦਾ ਡਰ ਹੋਣਾ ਜ਼ਰੂਰੀ ਆ। ਜੇ ਪੁਲਿਸ ਫੜ ਲੈਂਦੀ ਆ, 4 ਡੰਡੇ ਲਾ ਦਿੰਦੀ ਆ, ਜੇਲ੍ਹ 'ਚ ਲਾ ਦਿੰਦੀ, ਫਿਰ ਕਾਹਦਾ ਡਰ ਉਹਨਾਂ ਨੂੰ? ਯਾਰ ਇਹਦੇ ਨਾਲੋਂ ਤੇ 4 ਡੰਡੇ ਹੋਰ ਲੱਗ ਜਾਣ ਕੋਈ ਗੱਲ ਨਹੀਂ ਆ, ਪਰ ਆਪਾਂ ਤੇ ਹੈਗੇ ਤੇ ਤਕੜੇ ਹੀ ਨਾ। ਲੋਕਾਂ 'ਚ ਸਾਡੀ ਇੱਕ ਐਨ ਦਹਿਸ਼ਤ ਹੈ, ਡੈਸ਼ ਤੇ ਹੈ। ਤੇ ਉਹੋ ਜਿਹੇ ਗਾਣੇ ਸੁਣਨੇ, ਉਹ ਜਿਹੜੇ ਸੁਣਨ ਵਾਲੇ ਜਦੋਂ ਇਹੋ ਜਿਹੇ ਪੈਦਾ ਹੋ ਜਾਂਦੇ ਆ ਤੇ ਸੁਣਾਉਣ ਵਾਲੇ ਜਿਨ੍ਹਾਂ ਨੂੰ ਪੈਸੇ ਮਿਲਦੇ ਆ ਉਹੋ ਜਿਹੇ ਗਾਣੇ ਲਿਖਣ ਲੱਗ ਜਾਂਦੇ ਆ ਤੇ ਉਹੋ ਜਿਹੇ ਗਾਂ ਗਾਉਣ ਲੱਗ ਜਾਂਦੇ। ਉਹ ਜਾਣੀ ਪੂਰੇ ਦਾ ਪੂਰਾ ਇੱਕ ਸੱਭਿਆਚਾਰ ਦਾ ਹੀ ਰਾਜ ਪਲਟਾ ਹੋ ਜਾਂਦਾ, ਸੱਭਿਆਚਾਰ ਹੀ ਪਲਟ ਜਾਂਦਾ। ਅਸੀਂ ਪੰਜਾਬ ਦੇ ਵਿੱਚ ਇੱਕ ਸੰਕਟ ਦੇ ਵਿੱਚ ਥੋੜੀ ਆ ਕਿ ਆ ਸਾਡਾ ਆਰਥਿਕ ਸੰਕਟ ਆ, ਸਾਡਾ ਬਾਕੀ ਸਿਹਤ ਤੇ ਸਿੱਖਿਆ ਦਾ ਸੰਕਟ ਹੈ, ਸਾਡਾ ਮਾਫੀਏ ਦਾ ਸੰਕਟ ਆ ਜਾਂ ਡਰੱਗ ਦਾ ਸੰਕਟ, ਇਹ ਥੋੜੀ ਹੈ। ਸਾਡਾ ਸੱਭਿਆਚਾਰ ਦਾ ਵੀ ਬਹੁਤ ਵੱਡਾ ਸੰਕਟ ਪੈਦਾ ਹੋਇਆ। ਕਿੱਥੇ ਸਿੱਖੀ ਚੱਲੀ ਤੇ ਕਿੱਥੇ ਅਸੀਂ ਹੁਣ ਪਹੁੰਚ ਗਏ ਆ। ਸਾਨੂੰ ਲੱਗਦਾ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਲੋੜ ਹੈਗੀ ਹੈ। ਪੁਲਿਸ ਦਾ ਜਿਹੜਾ ਰੋਲ ਹੈਗਾ, ਮਾਵਾਂ ਦਾ ਠੀਕ ਹੈ ਕਹਿਣਾ, ਪਰ ਪੁਲਿਸ ਦਾ ਜਿਹੜਾ ਰੋਲ ਉਹ ਜੈਂਟਲਮੈਨ, ਇੱਕ ਪ੍ਰੋਫੈਸ਼ਨਲ ਰੋਲ ਹੋਣਾ ਚਾਹੀਦਾ। ਪੰਜਾਬ ਦੀ ਪੁਲਿਸ ਅਜੇ ਵੀ ਸਮਝਦੀ ਹੈ ਕਿ ਅੰਗਰੇਜ਼ਾਂ ਵਾਲੀ ਪੁਲਿਸ ਆ। ਐਕਟ ਤੇ ਉਹੀ ਆ ਪਾਸ, ਇਹਨੇ ਮੁੜ ਕੇ ਬਦਲਿਆ ਕੋਈ ਨਹੀਂ, ਰੈਂਕਿੰਗ ਨਾ ਟ੍ਰੇਨਿੰਗ ਨਾ ਕੁਛ ਨਹੀਂ ਬਦਲਿਆ। ਚਾਹੀਦਾ ਤੇ ਇਹ ਸੀ ਕਿ ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਢੰਗ ਦੇ ਨਾਲ, ਨਵੇਂ ਢੰਗ ਦੇ ਨਾਲ ਉਹਨਾਂ ਦੇ ਟ੍ਰੇਨਿੰਗ, ਓਰੀਐਂਟੇਸ਼ਨ ਸਾਰਾ ਚਾਹੀਦਾ ਸੀਗਾ। ਤੇ ਇਹ ਤੇ ਉਹ ਕੁਛ ਬਦਲਿਆ ਨਹੀਂ, ਨਾ ਕੋਰਟਾਂ ਕਚਹਿਰੀਆਂ ਬਦਲੀਆਂ, ਉੱਥੇ ਵੀ ਕਾਨੂੰਨ ਉਸੇ ਤਰੀਕੇ ਨਾਲ ਹੀ ਵਕੀਲ ਦੋਵੇਂ ਹੱਥੀਂ ਲੁੱਟੀ ਤੁਰੇ ਜਾਂਦੇ ਆ। ਇਹ ਸਾਰੇ ਸਿਸਟਮ ਦੀ ਚੁੰਗਲ ਚੋਂ, ਗ੍ਰਿਪ ਚੋਂ, ਗ੍ਰਸਤ ਚੋਂ ਨਿਕਲਣਾ ਲੋਕਾਂ ਲਈ ਬਹੁਤ ਔਖਾ ਤੇ ਬੜਾ ਮਹਿੰਗਾ। ਬੜੇ ਫਰਸਟ੍ਰੇਟਡ ਲੋਕ ਆ ਇਸ ਵੇਲੇ। ਮਾਵਾਂ ਦਾ ਦਰਦ ਆਪਾਂ ਸਮਝਦੇ ਹਾਂ, ਜਿਨ੍ਹਾਂ ਦਾ ਪੁੱਤ ਚਲੇ ਜਾਂਦਾ। ਅਸੀਂ ਤੇ ਇਹ ਕਵਾਂਗੇ ਕਿ ਸਮਾਜ ਜਦ ਤੱਕ ਸੋਝ ਸਮਾਜ, ਸੁੰਦਰ ਸਮਾਜ, ਜਿੱਥੇ ਮਾਨਵਤਾ, ਹਿਊਮਨ ਰਾਈਟਸ, ਜਿਹਨੂੰ ਮਨੁੱਖੀ ਅਧਿਕਾਰ, ਪਿਆਰ, ਸਦਭਾਵਨਾ, ਗਰੀਬ ਦੀ ਮਦਦ ਕਰਨੀ, ਦੂਜੇ ਲਈ ਕੁਰਬਾਨੀ ਕਰਨੀ, ਦਸਵੰਧ ਕੱਢਣਾ, ਮਿਹਨਤ ਕਰਕੇ ਖਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀ ਸਿੱਖੀ ਚੋਂ ਮਿਲੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਮਿਲੀਆਂ, ਉਹਨੂੰ ਅਸੀਂ ਵਾਕਿਆ ਜੇ ਪੰਜਾਬ ਦੀ ਧਰਾਤਲ ਤੇ ਨਹੀਂ ਉਤਾਰ ਪਾਉਂਦੇ ਤਾਂ ਉਦੋਂ ਤੱਕ ਫਿਰ ਇਹੋ ਜਿਹੇ ਜਿਹੜੇ ਸੰਕਟ ਆ ਉਹ ਇਨਸਾਨ ਘੱਟ ਪੈਦਾ ਕਰੂਗੇ ਤੇ ਭੂਤ ਜ਼ਿਆਦਾ ਪੈਦਾ ਕਰਨਗੇ, ਹਵਾਨ ਜ਼ਿਆਦਾ ਪੈਦਾ ਕਰਨਗੇ, ਜਿਨ੍ਹਾਂ ਨੂੰ ਤੁਸੀਂ ਗੈਂਗਸਟਰ ਕਹਿ ਲਓ ਤੇ ਜਾਂ ਕਈ ਵਾਰੀ ਵਰਦੀਆਂ ਦੇ ਰੂਪ 'ਚ ਵੀ ਕਹਿ ਲਓ, ਸਰਕਾਰੀ ਤੰਤਰ ਬੰਤਰ ਦੇ ਰੂਪ 'ਚ ਵੀ ਕਹਿ ਲਓ, ਤੇ ਵਕੀਲਾਂ ਦੇ ਰੂਪ 'ਚ ਵੀ ਕਈ ਬੰਦੇ ਇਹੋ ਜਿਹੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦਾ ਕੰਮ ਠੱਗੀ ਠੋਰੀ ਜ਼ਿਆਦਾ ਤੇ ਇਨਸਾਫ ਆਪਣੇ ਕਲਾਇੰਟ ਨੂੰ ਦਿਵਾਉਣਾ ਘੱਟ ਆ। ਇਹ ਸਾਰੀ ਘੁੰਮਣ ਘੇਰੀ 'ਚ ਲੋਕ ਪਿਸਦੇ ਜਾ ਰਹੇ ਆ, ਮਰਦੇ ਜਾ ਰਹੇ ਆ, ਦਿਨ ਬ ਦਿਨ ਕਮਜ਼ੋਰ ਹੁੰਦੇ ਜਾ ਰਹੇ ਆ, ਔਰ ਗੁਹਾਰ ਤੇ ਲਾਉਂਦੇ ਆ ਉਹ, ਪਰ ਉਹਨਾਂ ਦੀ ਸੁਣਾਈ ਕੋਈ ਨਹੀਂ। ਨਗਾਰਖਾਨੇ 'ਚ ਤੂਤੀ ਦੀ ਕੋਈ ਆਵਾਜ਼ ਨਹੀਂ ਸੁਣ ਰਿਹਾ। ਮੈਨੂੰ ਲੱਗਦਾ ਕਿ ਜੇ ਲੋਕ ਥੋੜਾ ਜਿਹਾ ਹਮਲਾ ਹੋਰ ਮਾਰਨ, ਜਿਵੇਂ ਤੁਸੀਂ ਕਹਿ ਰਹੇ ਆ ਕਿ ਉਹ ਨਸ਼ੇੜੀਆਂ ਨੂੰ ਫੜ ਦੇ ਰਹੇ ਆ, ਘਰ 'ਚ ਆਪ ਰੇਡ ਕਰਨ ਲੱਗ ਜਾਏ ਆ, ਇਹ ਉਹਨਾਂ ਦੀ ਚੇਤਨਾ ਦਾ ਲੈਵਲ ਹੈ। ਇਹ ਰੋਜ਼ ਹੋਣ ਲੱਗ ਪਿਆ। ਅੱਜ ਵੀ ਇੱਕ ਲੋਕਾਂ ਨੇ ਰੇਡ ਕੀਤਾ, ਪੁਲਿਸ ਵੀ ਲਿਆਂਦੀ, ਫੜਾਏ ਆ, ਪਰ ਇਹ ਬਹੁਤ ਦੂਰ ਤੱਕ ਨਹੀਂ ਜਾਊਗਾ। ਤੇ ਜਦ ਤੱਕ ਸਰਕਾਰ ਜਿਹੜੀ ਹੈ ਉਹ ਖੁਦ ਸਖਤ ਹੋ ਕੇ ਇਹਨਾਂ ਲੋਕਾਂ ਤੇ ਨਕੇਲ ਨਹੀਂ ਪਾਉਂਦੀ, ਪੁਲਿਸ ਨੂੰ ਤੁਰਤ ਫੁਰਤ ਨਹੀਂ ਕਰਦੀ, ਜਿਹੜੇ ਹਿੱਸਾ ਪੱਤੀ ਸਮਗਲਰਾਂ ਤੋਂ ਲੈਂਦੇ ਆ ਉਹਨਾਂ ਤੇ ਨਕੇਲ ਨਹੀਂ ਪਾਉਂਦੀ, ਉਹਨਾਂ ਦੀਆਂ ਫੀਤੀਆਂ ਲਾ ਕੇ ਉਹਨਾਂ ਨੂੰ ਲਾਈਨ ਹਾਜ਼ਰ ਨਹੀਂ ਕਰਦੀ, ਉਦੋਂ ਤੱਕ ਸ਼ਾਇਦ ਅਸੀਂ ਇਹ ਅਲੱਗ-ਅਲੱਗ ਕਿਸਮ ਦੇ ਮਾਫੀਏ ਦੀ ਜਿਹੜੀ ਗ੍ਰਿਪ ਦੇ ਵਿੱਚ ਪੰਜਾਬ ਆ ਉਹਨੂੰ ਨਾ ਛਡਵਾ ਸਕੀਏ। ਹਨੇਰਾ ਕਦੇ ਵੀ ਜਿਹੜਾ ਉਹ ਹਮੇਸ਼ਾ ਲਈ ਕਾਇਮ ਨਹੀਂ ਰਹਿੰਦਾ। ਰੋਸ਼ਨੀ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦੀ ਹੈ। ਥੋੜੀ ਜਿਹੀ ਸੰਘਰਸ਼ ਤੇ ਜਦੋਜਹਿਦ ਦੀ ਜ਼ਰੂਰਤ ਹੈ। ਅੱਗੇ ਵਧੋਗੇ ਤੇ ਸਾਰਾ ਕੁਝ ਆ। ਤੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ।